जग दुख निकंदन दास गुर हृदय त्यावो हृदय त्यावो दास गुण गावो गुरु अर्जन विघ्नन के नासक के नासक हर गोविंद शुभ मत पर का श्री हरि राय नमो कार जोरी नमो कार जोरी श्री हरि कृष्ण नाम तेग बहादुर परम कृपाला जी परम श्री गुरु गोबिंद सिंह विशाला पर पुन पुन सीसा वाहिगुरु पुन पुन बंदों बार बार जगदीशा एक अंकार सतगुरु तेह प्रसाद सच होए वाहिगुरु जी की फतेह है विघ्न विनाशन कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप हो तुम कथा सुधारी हम ना सकत कर सिफत तुम्हारी आप हो तुम कथा सुधारी। सतनाम श्री वाहिगुरु साहिब जी तोहरा सागर प्रेम निमग्न होया मखण हृदय आनंद पेवना के सूजन आवई संग नरण के बृंद। वाहिगुरु जी का खालसा वाहिगुरु जी की फतेह। गुरु की साजी नवाजी गुरु रूप साध संगत जी आप जी ने पिछले प्रकरणों विच ये प्रसंग सरवण कीता है। श्री गुरु तेग बहादुर साहब जी महाराज भौरे साहब विच गुप्त बैठे सन। 22 ਮੰਜੀਆਂ ਲਾ ਕੇ 22 ਗੁਰੂ ਬਾਬੇ ਬਕਾਲੇ ਵਿੱਚ ਬੈਠੇ ਸਨ। ਬਾਬਾ ਮੱਖਣ ਸ਼ਾਹ ਨੇ 2-2 ਮੋਹਰਾਂ ਧਰ ਕੇ ਸਾਰਿਆਂ ਨੂੰ ਮੱਥਾ ਟੇਕਿਆ। ਕਿਸੇ ਕੋਲੋਂ ਵੀ ਮਨ ਦੀ ਨਿਸ਼ਾ ਨਹੀਂ ਹੋਈ, ਸ਼ੰਕਾ ਨਹੀਂ ਮਿਟਿਆ। ਕੋਈ ਵੀ ਬਾਬੇ ਮੱਖਣ ਸ਼ਾਹ ਦੀ ਦਿਲ ਦੀ ਗੱਲ ਬੁੱਝ ਨਹੀਂ ਸਕਿਆ। ਪਰ ਜਦੋਂ ਪਤਾ ਕੀਤਾ ਵੀ ਇੱਥੇ ਕੋਈ ਹੋਰ ਵੀ ਮਹਾਂਪੁਰਸ਼ ਰਹਿੰਦੇ, ਕੋਈ ਇੱਥੇ 500 ਗਿਣ ਕੇ ਰੱਖ, ਕਿਉਂਕਿ ਮਹਾਰਾਜ ਨੇ ਜਾਣਿਆ ਵੀ ਹੁਣ ਸਾਡੇ ਪ੍ਰਗਟ ਹੋਣ ਦਾ ਵੀ ਸਮਾਂ ਆ ਗਿਆ ਤੇ ਸਿੱਖ ਦਾ ਨਿਸ਼ਚਾ ਵੀ ਨਾ ਡੋਲ ਜਾਵੇ। ਹਾਲਾਂਕਿ ਪ੍ਰਗਟ ਹੋਣਾ ਚਾਹੁੰਦੇ ਨਹੀਂ ਸੀ, ਗੁਪਤ ਰਹਿਣਾ ਹੀ ਚਾਹੁੰਦੇ ਸੀ। ਸਿੱਖਾਂ ਨੂੰ ਇਹ ਵੀ ਕਹਿਤਾ ਸੀ ਜਿਹੜਾ ਸਾਨੂੰ ਪ੍ਰਗਟ ਕਰੇਗਾ ਦਰਗਾਹ 'ਚ ਮੂੰਹ ਕਾਲਾ ਕਰਾਂਗੇ। ਇੰਨਾ ਸਖਤ ਹੁਕਮ ਸੀਗਾ ਗੁਪਤ ਰਹਿਣ ਦਾ। ਪਰ ਸਿੱਖ ਗੁਰੂ ਦੇ ਪਿਆਰੇ ਖੋਜ ਹੀ ਲੈਂਦੇ ਆ। ਜਿਵੇਂ ਬਾਣੀ ਦੇ ਵਿੱਚ ਬਚਨ ਆਉਂਦਾ ਹੈ ਨਾ ਬਈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰੱਖਿਆ ਲੁਕਾਏ। ਜੇ ਕੋਈ ਲੁਕਾ ਕੇ ਕੋਸ਼ਿਸ਼ ਕਰੇ ਛੁਪਾ ਕੇ ਵੀ ਮੈਂ ਹੀਰੇ ਮੋਤੀ ਨੂੰ ਛੁਪਾ ਲਾਂਗਾ, ਉਹਨੇ ਫਿਰ ਪ੍ਰਗਟ ਹੋ ਹੀ ਜਾਣਾ। ਸੋ ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰੀ ਦਾ ਭਗਤ ਪ੍ਰਗਟ ਹੁੰਦਾ ਹੈ, ਉਹ ਛਪਦਾ ਨਹੀਂ। ਇਸ ਪੰਕਤੀ ਦੇ ਦੋਵੇਂ ਤਰ੍ਹਾਂ ਅਰਥ ਕਰੀ ਜਾਂਦੇ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਆਪਣੇ ਵੱਲੋਂ ਹਰੀ ਦਾ ਭਗਤ ਪ੍ਰਗਟ ਨਹੀਂ ਹੁੰਦਾ, ਛੁਪਿਆ ਰਹਿੰਦਾ। ਫਿਰ ਦੂਜੇ ਤਰ੍ਹਾਂ ਅਰਥ ਕਰ ਲਓ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰੀ ਦਾ ਭਗਤ ਪ੍ਰਗਟ ਹੋ ਹੀ ਜਾਂਦਾ ਹੈ, ਉਹਨੂੰ ਕੋਈ ਛੁਪਾ ਨਹੀਂ ਸਕਦਾ। ਚਾਹੁੰਦਾ ਹੈ ਵੀ ਮੈਂ ਛੁਪਿਆ ਰਵਾਂ। ਹਰ ਕਾ ਭਗਤ ਪ੍ਰਗਟ ਨਹੀਂ, ਹਰੀ ਦਾ ਭਗਤ ਪ੍ਰਗਟ ਨਹੀਂ ਹੋਣਾ ਚਾਹੁੰਦਾ, ਛੁਪਿਆ ਰਹਿਣਾ ਚਾਹੁੰਦਾ ਹੈ। ਪਰ ਕੁਦਰਤ ਨੂੰ ਕੀ ਮਨਜ਼ੂਰ ਹੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਇੱਕੋ ਹੀ ਪੰਕਤੀ ਦੇ ਦੋਵੇਂ ਭਾਵ ਮਹਾਰਾਜ ਨੇ ਦੱਸੇ ਸਤਿਗੁਰੂ ਅਰਜਨ ਦੇਵ ਜੀ ਨੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਮੱਖਣ ਸ਼ਾਹ ਜੀ ਨੇ
ਗੁਰੂ ਸਾਹਿਬ ਨੂੰ ਪ੍ਰਗਟ ਕਰ ਲਿਆ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਮਹਾਰਾਜ ਵਾਸਤੇ ਵਧੀਆ ਚੋਲਾ ਸਵਾ ਕੇ ਰਾਤ ਨੂੰ ਤਿਆਰੀ ਕੀਤੀ ਹੈ। ਅਗਲੇ ਦਿਨ ਤੁਰ ਪਿਆ ਦੇਗ ਲੈ ਕੇ ਗੁਰੂ ਮਹਾਰਾਜ ਨੂੰ ਪ੍ਰਗਟ ਕਰਨ ਲਈ। ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਗਰ ਪ੍ਰੇਮ ਨੇ ਮਗਨ ਹੋਇਆ, ਪ੍ਰੇਮ ਦੇ ਸਾਗਰ ਵਿੱਚ ਮਗਨ ਹੋਇਆ ਵਿਆ। ਮੱਖਣ ਦੇ ਆਨੰਦ, ਬਾਬਾ ਮੱਖਣ ਸ਼ਾਹ ਬੜਾ ਹੀ ਖੁਸ਼ ਹੈ, ਬੜਾ ਹੀ ਪ੍ਰਸੰਨ ਹੈ ਭੇਵ ਨ ਕਿਸੂ ਜਨਾਵਈ, ਤੇ ਆਪਣੇ ਅੰਦਰ ਦੀ ਖੁਸ਼ੀ ਦਾ ਭੇਦ ਕਿਸੇ ਨੂੰ ਜਣਾ ਨਹੀਂ ਰਿਹਾ। ਸੰਗ ਨਰਣ ਕੇ ਬ੍ਰਿੰਦ, ਆਪਣੇ ਨਾਲ ਨੌਕਰ ਚਾਕਰ 400-500 ਸਿਪਾਹੀ ਬਹੁਤ ਵੱਡਾ ਲਾਓ ਲਸ਼ਕਰ ਲੈ ਕੇ ਸ਼ਾਹੂਕਾਰ ਮੱਖਣ ਸ਼ਾਹ ਤੁਰ ਪਿਆ ਹੈ। ਚੌਪਈ ਜਬ ਕਰ ਕਰਕੇ ਸਨਮੁਖ ਆਵਾ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਸਾਹਮਣੇ ਵਾਲੀ ਗਲੀ ਵਿੱਚ ਆਇਆ ਹੈ, ਦਾਸ ਹਤੋ ਮਾਤਾ ਪ੍ਰਤ ਗਾਵਾ, ਉਸ ਵੇਲੇ ਜਿਹੜੇ ਗੁਰੂ ਘਰ ਦੇ ਸੇਵਾਦਾਰ ਸੀ ਉਹ ਦੌੜ ਕੇ ਮਾਤਾ ਨਾਨਕੀ ਜੀ ਨੂੰ ਦੱਸਣ ਗਏ ਹਨ। ਸਿੱਖ ਇਹ ਪੂਰਨ ਸ਼ਰਧਾਵਾਨ, ਇਹ ਮਾਤਾ ਜੀ, ਇਹ ਗੁਰੂ ਘਰ ਦਾ ਬੜਾ ਸ਼ਰਧਾਵਾਨ ਪ੍ਰੇਮੀ ਸਿੱਧਕੀ ਸਿੱਖ ਹੈ। ਇਹਦਾ ਨਾਮ ਮੱਖਣ ਸ਼ਾਹ ਹੈ। ਆਇਓ ਚਲ ਕੇ ਦੂਰ ਮਹਾਨ, ਇਹ ਦੂਰ ਕਾਠੀਆਵਾੜ ਦੇਸ਼ ਤੋਂ, ਗੁਜਰਾਤ ਤੋਂ ਚੱਲ ਕੇ ਆਇਆ ਹੈ। ਸਿਦਕ ਆਪ ਕੇ ਸੁਤ ਪਰ ਹੋਵਾ, ਇਹਦਾ ਤੁਹਾਡੇ ਪੁੱਤਰ ਤੇ ਗੁਰੂ ਤੇਗ ਬਹਾਦਰ ਤੇ ਬਹੁਤ ਜ਼ਿਆਦਾ ਭਰੋਸਾ ਵੱਧ ਗਿਆ, ਸਿਦਕ ਹੋ ਗਿਆ। ਇਹਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਅਸਲੀ ਹਨ। ਪੂਰਬ ਆਏ ਪਤਾ ਕੁਛ ਜੋਵਾ, ਇਹ ਪਹਿਲਾਂ ਕੱਲ ਆ ਕੇ ਮਹਾਰਾਜ ਦੀਆਂ ਕਲਾ ਨੂੰ ਸਮਝ ਗਿਆ। ਨਹੀਂ ਪਤਾ ਨਹੀਂ ਇਹਨੂੰ ਕੀ ਗੁਰੂ ਸਾਹਿਬ ਨੇ ਬਚਨ ਕਿਹਾ ਹੈ ਵੀ ਇਹਦਾ ਮਨ ਹੁਣ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਪੱਕਾ ਹੀ ਜੁੜ ਗਿਆ ਹੈ। ਅਬ ਬਿਦ ਤਾਬਨ ਚਾਹਤ ਗੁਰ ਕੋ, ਹੁਣ ਇਹ ਮਹਾਰਾਜ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ ਸੰਸਾਰ ਦੂਰ ਕਿਉ ਇਨ ਉਰ ਕੋ, ਤੇ ਇਹਨੇ ਆਪਣੇ ਮਨ ਦਾ ਸੰਸਾ ਦੂਰ ਕਰ ਲਿਆ। ਇਹਦਾ ਸੰਸਾ ਗੁਰੂ ਸਾਹਿਬ ਦੇ ਦਰਸ਼ਨਾਂ ਨਾਲ ਦੂਰ ਹੋਇਆ ਹੈ। ਪਰਸੋ ਹਮ ਬੈਠੇ ਗੁਰ ਪਾਸਾ, ਆ ਪਰਸੋਂ ਦੀ ਗੱਲ ਹੈ ਮਾਤਾ ਜੀ, ਅਸੀਂ ਗੁਰੂ ਸਾਹਿਬ ਕੋਲ ਬੈਠੇ ਸੀ। ਇਸ ਸਿੱਖ ਕੀ ਗਤ ਕਰੀ ਪ੍ਰਕਾਸ਼ਾ, ਅਸੀਂ ਇਹਦਾ ਨਾਮ ਲਿਆ ਸੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਵੀ ਇੱਕ ਸ਼ਾਹੂਕਾਰ ਆਇਆ ਜਿਹੜਾ ਸਾਰੀਆਂ ਮੰਜੀਆਂ ਤੇ ਮੱਥਾ ਟੇਕਣ ਗਿਆ ਹੈ। ਸ਼੍ਰੀ ਗੁਰੂ ਨੇ ਤਬ ਬਾਕ ਬਖਾਨਾ, ਤਾਂ ਉਸ ਵੇਲੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਸੀ ਹਮ ਕੋ ਜੋ ਬਿਦ ਤਾਏ ਮਹਾਨਾ, ਕਿ ਜਿਹੜਾ ਸਾਨੂੰ ਪ੍ਰਗਟ ਕਰੇਗਾ, ਸਾਨੂੰ ਗੁਰੂ ਬਣਾ ਕੇ ਗੱਦੀ ਤੇ ਬਿਠਾ ਕੇ ਸਾਡੇ ਬਾਰੇ ਪ੍ਰਚਾਰ ਕਰੇਗਾ ਵੀ ਇਹ ਗੁਰੂ ਹਨ, ਇਹ ਦਰਗਾਹੇ ਮੈਂ ਹੋਏ ਮੁਖਕਾਰੋ, ਉਹਦਾ ਦਰਗਾਹ 'ਚ ਮੂੰਹ ਕਾਲਾ ਹੋ ਜਾਏਗਾ। ਉਹ ਪ੍ਰਮਾਤਮਾ ਦਾ ਦੋਸ਼ੀ ਹੋਵੇਗਾ। ਅਸੀਂ ਪ੍ਰਗਟ ਹੋਣਾ ਨਹੀਂ ਚਾਹੁੰਦੇ। ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਦਰਗਾਹ ਵਿੱਚ ਮੁਖ ਕਾਲਾ ਹੋਵੇਗਾ। ਅਗਰ ਸਰਾਪ ਇਸ ਭਾਂਤ ਉਚਾਰੋ, ਇਹ ਮਾਤਾ ਜੀ ਏਦਾਂ ਕਰੜਾ ਸਰਾਪ ਗੁਰੂ ਸਾਹਿਬ ਨੇ ਦੇਤਾ। ਪਰਸੋਂ ਦੀ ਗੱਲ ਹੈ ਜੇ, ਇਸ ਬਚ ਕੀ ਸਦ ਸਿੱਖ ਕੋ ਨਾਹੀ, ਪਰ ਇਸ ਮੱਖਣ ਸ਼ਾਹ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਇਹ ਜੋ ਗੁਰੂ ਸਾਹਿਬ ਨੇ ਬਚਨ ਕੀਤਾ ਹੈ ਵੀ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਮੂੰਹ ਕਾਲਾ ਹੋਵੇਗਾ। ਇਹ ਸਰਾਪ ਜਿਹੜਾ ਗੁਰੂ ਸਾਹਿਬ ਦੇ ਮੂੰਹ ਤੋਂ ਭਾਵੇਂ ਵਾਰ ਹੈ ਭਾਵੇਂ ਸਰਾਪ ਹੈ, ਮੂੰਹ ਤੋਂ ਬਚਨ ਜਿਹੜਾ ਵੀ ਨਿਕਲ ਗਿਆ ਉਹ ਪੂਰਾ ਤਾਂ ਹੋਣਾ ਹੀ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਅਟਲ ਬਚਨ ਹੈ ਗੁਰੂ ਸਾਹਿਬ ਦੀ ਰਸਨਾ ਦਾ, ਕੋਈ ਟਾਲ ਨਹੀਂ ਸਕਦਾ। ਜਾਂ ਤੇ ਕਹੋ ਜਾਏ ਮੈਂ ਪਾਹੀ, ਉਹ ਸੇਵਾਦਾਰ ਕਹਿੰਦਾ ਮਾਤਾ ਜੀ ਜੇ ਆਗਿਆ ਦਿਓ ਮੈਨੂੰ ਪਹਿਲਾਂ ਦੱਸ ਦਿਆਂ ਜਾ ਕੇ ਵੀ ਤੂੰ ਗੁਰੂ ਸਾਹਿਬ ਨੂੰ ਪ੍ਰਗਟ ਕਰਨ ਲੱਗਾ ਹੈ। ਗੁਰੂ ਸਾਹਿਬ ਨੇ ਤਾਂ ਪ੍ਰਗਟ ਕਰਨ ਵਾਲੇ ਲਈ ਆਹ ਸਜ਼ਾ ਨਿਯਤ ਕੀਤੀ ਹੈ ਵੀ ਜਿਹੜਾ ਸਾਨੂੰ ਸ਼ੋਅ ਕਰੇਗਾ ਵੀ ਇਹ ਗੁਰੂ ਹਨ ਉਹਦਾ ਦਰਗਾਹ 'ਚ ਮੂੰਹ ਕਾਲਾ ਕਰ ਦਿਆਂਗੇ। ਇਹ ਬਚਨ ਐਡਾ ਵੱਡਾ, ਇਹਨੂੰ ਮੱਖਣ ਸ਼ਾਹ ਨੂੰ ਪਤਾ ਨਹੀਂ। ਇਹ ਵਿਚਾਰਾ ਕਿਤੇ ਐਵੇਂ ਹੀ ਨਾ ਮਾਰਿਆ ਜਾਵੇ, ਕਿਉਂਕਿ ਸਾਧੂਆਂ ਦਾ ਬਚਨ ਹੋਇਆ ਵਾਪਸ ਤਾਂ ਹੋਣਾ ਨਹੀਂ। ਦੁਨੀਆ ਦੀ ਕੋਈ ਤਾਕਤ ਸਾਧੂ ਦੇ ਬਚਨ ਨੂੰ ਨਹੀਂ ਟਾਲ ਸਕਦੀ। ਇੱਕ ਸਾਧ ਬਚਨ ਅਟਲਾਦਾ, ਜੋ ਮਹਾਰਾਜ ਦੇ ਬਚਨ ਨੇ ਅਟਲ ਹਨ। ਵਿਗ੍ਰਹ ਕਾਜ ਪ੍ਰਥਮ ਸਦ ਪਾਏ, ਤੇ ਇਹਨੂੰ ਪਹਿਲਾਂ ਹੀ ਖਬਰ ਦੇ ਦਈਏ ਵੀ ਕੰਮ ਇਹਦਾ ਵਿਗੜ ਨਾ ਜਾਵੇ ਕਿਤੇ। ਦਾਸ ਜਾਣ ਕਰ ਲੇਤ ਉਪਾਏ, ਤੇ ਗੁਰੂ ਸਾਹਿਬ ਕਿਰਪਾ ਕਰਨ ਇਹਨੂੰ ਆਪਣਾ ਦਾਸ ਜਾਣ ਕੇ ਬਚਾ ਲੈਣ।
ਕਿਤੇ ਮਹਾਰਾਜ ਦੇ ਸ਼ਰਾਪ ਦਾ ਸ਼ਿਕਾਰ ਨਾ ਹੋ ਜਾਵੇ ਮੱਖਣ ਸ਼ਾਹ। अपन भले का आवत ताई ਇਹ ਵਿਚਾਰਾ ਤੇ ਆਪਣੇ ਭਲੇ ਲਈ ਆ ਰਿਹਾ ਵੀ ਗੁਰੂ ਕੀ ਸ਼ਰਨ ਜਾਵਾਂ ਮੇਰਾ ਭਲਾ ਹੋਵੇਗਾ। असनह बनह परो होए जाई ਐਸਾ ਨਾ ਹੋਵੇ ਕਿਤੇ ਭਲਾ ਕਰਾਂਦਿਆਂ ਕਰਾਂਦਿਆਂ ਬੁਰਾ ਨਾ ਕਰਾ ਬੈਠੇ ਆਪਣਾ। इस पर करासो एह उपकार हे ਮਾਤਾ ਜੀ ਇਹਦੇ ਤੇ ਉਪਕਾਰ ਕਰੀਏ, ਇਹਨੂੰ ਦੱਸ ਦਈਏ। सुनह जसोद कर लेह विचार ਜੇ ਬੰਦੇ ਨੂੰ ਪਹਿਲਾਂ ਪਤਾ ਲੱਗ ਜੇ ਤੇ ਬੰਦਾ ਕੋਈ ਨਾ ਕੋਈ ਹੀਲਾ ਕਰ ਲੈਂਦਾ, ਉਹਦੀ ਵਿਚਾਰ ਕਰ ਲੈਂਦਾ। ਜਿਹਨੂੰ ਆਪਾਂ ਪਹਿਲਾਂ ਦੱਸ ਦਿਆਂਗੇ ਵੀ ਭਾਈ ਜੇ ਗੁਰੂ ਨੂੰ ਪ੍ਰਗਟ ਕੀਤਾ ਨਾ ਤੇ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਦਰਗਾਹ 'ਚ ਮੂੰਹ ਕਾਲਾ ਹੋਵੇਗਾ। आसमन ठान समुख तिस गयो ਇਹ ਸੋਚ ਕੇ ਉਹ ਗੁਰੂ ਦਾ ਸਿੱਖ ਮਾਤਾ ਜੀ ਦੀ ਆਗਿਆ ਲੈ ਕੇ ਮੱਖਣ ਸ਼ਾਹ ਦੇ ਕੋਲ ਚਲਾ ਗਿਆ करियो एकांत कहत सब भयो ਤੇ ਮੱਖਣ ਸ਼ਾਹ ਨੂੰ ਦੂਜਿਆਂ ਬੰਦਿਆਂ ਤੋਂ ਵੱਖਰਾ ਕਰ ਲਿਆ ਕਿ ਸੇਠ ਜੀ ਮੜ ਜੀ ਗੱਲ ਸੁਣਿਆ ਜੇ। ਉਹਨੇ ਆਪਣੇ ਬੰਦੇ ਪਿੱਛੇ ਖੜੇ ਕਰਤੇ। ਬਾਬਾ ਮੱਖਣ ਸ਼ਾਹ ਉਹ ਸਿੱਖ ਦੇ ਨਾਲ ਥੋੜਾ ਜਿਹਾ ਲਾਂਭੇ ਹੋ ਗਏ। ਫਿਰ ਉਸਨੇ ਸਿੱਖ ਨੇ ਆਖਿਆ जे तू दर्श करन ही जाए ਇਹ ਸੇਠ ਜੀ ਜੇ ਤੁਸੀਂ ਸਿਰਫ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲੇ ਹੋ ਤੇ ਚੁੱਪ ਕਰਕੇ ਦਰਸ਼ਨ ਕਰ ਲਵੋ नमो करहो तो शन कर आए ਤੇ ਚੇਤੀ ਨਾਲ ਮੱਥਾ ਟੇਕ ਕੇ ਵਾਪਸ ਆ ਜਾਓ। ਜੇ ਤੁਸੀਂ ਦਰਸ਼ਨ ਕਰਨੇ ਚੱਲੇ ਹੋ, ਤੁਹਾਡੀ ਮਨ ਦੀ ਸ਼ਰਧਾ ਵੀ ਮਹਾਰਾਜ ਦੇ ਦਰਸ਼ਨ ਕਰਨੇ, ਕਰ ਲਓ। ਪਰ ਦਰਸ਼ਨ ਕਰਕੇ ਨਾ ਤੁਸੀਂ ਚੁੱਪ ਕਰਕੇ ਉੱਥੋਂ ਆ ਜਾਣਾ ਹੈ, ਹੋਰ ਕੋਈ ਬਚਨ ਨਹੀਂ ਕਰਨਾ। ਹਾਂਜੀ जे चाहत है गुर बिदतावो ਤੇ ਜੇ ਤੂੰ ਚਾਹਨਾ ਵੀ ਗੁਰੂ ਨੂੰ ਪ੍ਰਗਟ ਕਰਨਾ, ਜਿਵੇਂ ਤੂੰ ਤਿਆਰੀ ਕਰਕੇ ਬਾਬੇ ਮੱਖਣ ਸ਼ਾਹ ਦੀ ਤਿਆਰੀ ਵੇਖ ਕੇ ਸਿੱਖਾਂ ਨੇ ਅੰਦਾਜ਼ਾ ਲਾ ਲਿਆ ਸੀ ਵੀ ਇਹ ਹੁਣ ਗੁਰੂ ਸਾਹਿਬ ਨੂੰ ਪ੍ਰਗਟ ਕਰੇਗਾ। ਕਿੰਨੀਆਂ ਹੀ ਤੇ ਪਰਾਤਾਂ ਕੜਾਹ ਪ੍ਰਸ਼ਾਦ ਦੀਆਂ ਤਿਆਰ ਕਰਕੇ ਲਿਆਇਆ। ਬਹੁਤ ਸਾਰੇ ਵਧੀਆ ਵਧੀਆ ਤੋਹਫੇ ਗੁਰੂ ਘਰ ਲਈ ਲੈ ਕੇ ਆਇਆ। ਸਾਰੀ ਰਾਤ ਦਰਜੀ ਲੱਗੇ ਰਹੇ। ਇੱਕ ਚੋਲਾ ਗੁਰੂ ਸਾਹਿਬ ਦੇ ਲਈ ਸ਼ਾਹੀ ਪੁਸ਼ਾਕ ਨੌਵੇਂ ਪਾਤਸ਼ਾਹ ਦੇ ਵਾਸਤੇ ਮਹਿੰਗੀ ਤਿਆਰ ਕਰਵਾਈ। ਕਲਗੀ ਲਿਆਂਦੀ, ਮਹਾਰਾਜ ਦੇ ਸ਼ਸਤਰ ਬਸਤਰ ਲਿਆਂਦੇ। ਗੁਰੂ ਸਾਹਿਬ ਨੂੰ ਗੱਦੀ ਤੇ ਬਿਠਾਣਾ ਪੂਰੇ ਸ਼ਿੰਗਾਰ ਕੇ, ਕਿਉਂਕਿ ਮਹਾਰਾਜ ਤਾਂ ਮਸਤਾਨੇ ਦੁਆਨੇ ਰਹਿੰਦੇ ਸੀ। ਗੁਰੂ ਤੇਗ ਬਹਾਦਰ ਸਾਹਿਬ ਤਾਂ ਬਿਲਕੁਲ ਹੀ ਸਾਦਾ ਸੀ, ਪਹਿਰਾ ਬਿਲਕੁਲ ਸਾਦਾ ਜਿਹਾ ਕੁੜਤਾ ਪਾਇਆ ਹੁੰਦਾ ਸੀ, ਬਸ ਛੋਟੀ ਜਿਹੀ ਦਸਤਾਰ ਸਿਰ ਤੇ ਬੰਨੀ। ਸਾਰਾ ਦਿਨ ਭਜਨ ਹੀ ਕਰਨਾ, ਨਾ ਖਾਣ ਦੀ ਸੁੱਧ, ਨਾ ਪਹਿਨਣ ਦੀ, ਨਾ ਪਾਣ ਦੀ, ਨਾ ਸੌਣ ਦੀ। ਅੱਠੇ ਪੈਰ ਪਰਮੇਸ਼ਰ ਦਾ ਭਜਨ ਕਰਨਾ। ਤੋ ਹੁਣ ਮੱਖਣ ਸ਼ਾਹ ਨੇ ਸੋਚਿਆ ਵੀ ਗੁਰੂ ਸਾਹਿਬ ਨੂੰ ਗੱਦੀ ਤੇ ਬਿਠਾਣਾ ਹੈ। ਵਧੀਆ ਬਸਤਰ ਪਵਾਈਏ ਸਤਿਗੁਰਾਂ ਨੂੰ, ਜਿਹੜੀ ਸਤਿਗੁਰੂ ਦੀ ਸੋਭਾ ਦੇ ਮੁਤਾਬਕ। ਉਹਨੇ ਵਧੀਆ ਚੋਲਾ ਤਿਆਰ ਕਰਾਇਆ, ਦਸਤਾਰੇ ਬਸਤਰ। ਉਹਦੀ ਤਿਆਰੀ ਤੋਂ ਪਤਾ ਲੱਗ ਰਿਹਾ ਸੀ ਵੀ ਹੁਣ ਗੁਰੂ ਸਾਹਿਬ ਨੂੰ ਪ੍ਰਗਟ ਕਰੇਗਾ। ਸਿੱਖ ਨੇ ਆਖਿਆ ਜੇ ਸ਼ਾਹ ਜੀ ਮੱਥਾ ਟੇਕਣਾ ਤੇ ਚੁੱਪ ਕਰਕੇ ਟੇਕ ਲਓ, ਤੇ ਜੇ ਤੁਸੀਂ ਗੁਰੂ ਸਾਹਿਬ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ ਹੈ, ਸਗਰੀ ਸੰਗਤ ਇਤੇ ਬੁਲਾਵਾ ਜੇ ਸਾਰੀ ਸੰਗਤ ਨੂੰ 22 ਗੁਰੂਆਂ ਨਾਲੋਂ 22 ਮੰਜੀਆਂ ਨਾਲੋਂ ਤੋੜ ਕੇ ਸੱਚੇ ਗੁਰੂ ਦੇ ਪੈਰੀ ਪਾਉਣਾ ਚਾਹੁੰਦੇ ਹੋ, ਜਸ ਪਾਵਨ ਪਾਵਨ ਕੀ ਕਾਂਖਾ ਤੁਹਾਡੇ ਮਨ ਵਿੱਚ ਜਸ ਖੱਟਣ ਦੀ ਇੱਛਾ ਹੈ ਨਾ ਵੀ ਮੈਂ ਗੁਰੂ ਸਾਹਿਬ ਨੂੰ ਪ੍ਰਗਟ ਕਰਕੇ ਸੰਗਤ ਵਿੱਚ ਜਸ ਖੱਟ ਲਵਾਂ। ਗੁਰਬਿਦ ਤਾਵਹਿ ਸਭ ਮਹਿ ਭਾਖਾ ਜੇ ਤੂੰ ਇਹ ਸੋਚੇ ਵੀ ਮੈਂ ਗੁਰੂ ਨੂੰ ਪ੍ਰਗਟ ਕਰਾਂਗਾ, ਸਾਰੀ ਗੁਰੂ ਨਾਨਕ ਦੀ ਸੰਗਤ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਜਾਏਗੀ। ਬਾਕੀ ਜਿਹੜੇ ਪਖੰਡੀ ਗੁਰੂ ਨੇ 22 ਮੰਜੀਆਂ 'ਚ ਭਟਕ ਰਹੀ ਸੰਗਤ, ਉਹ ਹਟ ਜਾਏਗੀ। ਜੇ ਤੂੰ ਇਦਾਂ ਸੋਚਿਆ ਹੈ ਇਮ ਗੁਰ ਬਚ ਬਿਦ ਤਾਵਹਿ ਜੋਏ ਤਾਂ ਫਿਰ ਗੁਰੂ ਸਾਹਿਬ ਦੇ ਬਚਨ ਸੁਣ ਲੈ। ਗੁਰੂ ਮਹਾਰਾਜ ਨੇ ਪਰਸੋਂ ਸਾਨੂੰ ਇਹ ਗੱਲ ਕਹੀ ਸੀ ਵੀ ਜਿਹੜਾ ਸਾਨੂੰ ਪ੍ਰਗਟ ਕਰੇਗਾ ਮੁਖ ਦਰਗਾਹ ਸੁਕਾਰੋ ਹੋਏ ਉਹਦਾ ਦਰਗਾਹ 'ਚ ਮੂੰਹ ਕਾਲਾ ਹੋਵੇਗਾ। ਨਿਜ ਮੁਖ ਤੇ ਪਰਸੋ ਅਸ ਭਾਖਿਓ ਅਜੇ ਪਰਸੋਂ ਦੀ ਗੱਲ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਮੁਖਾਰਬਿੰਦ ਤੋਂ ਇਹ ਬਚਨ ਫਰਮਾਏ ਸੀ। ਅਬ ਤੂੰ ਪ੍ਰਗਟ ਕਰਨ ਅਬਿਲਾਖਿਓ ਤੇ ਹੁਣ ਸੇਠ ਜੀ ਮੈਨੂੰ ਲੱਗਦਾ ਹੈ ਵੀ ਤੂੰ ਗੁਰੂ ਸਾਹਿਬ ਨੂੰ ਪ੍ਰਗਟ ਕਰਨ ਦੀ ਇੱਛਾ ਲੈ ਕੇ ਤੁਰਿਆ ਹੋਣਾ ਹੈ। ਇਸ ਬਚ ਕੋ ਕਰ ਲਿਓ ਉਪਾਏ ਪਹਿਲਾਂ ਇਸ ਗੱਲ ਤੇ ਵਿਚਾਰ ਕਰ ਲੈ ਵੀ ਕਿਤੇ ਫਾਇਦਾ ਕਰਦਾ ਕਰਦਾ ਆਪਣਾ ਨੁਕਸਾਨ ਨਾ ਕਰਾ ਲਈ। ਇਹ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਦੋ ਧਾਰੀ ਤਲਵਾਰ ਹੁੰਦੀ ਹੈ, ਇਹ ਵਰ ਵੀ ਦੇ ਦਿੰਦੇ ਨੇ, ਸ਼ਰਾਬ ਵੀ ਦੇ ਦਿੰਦੇ ਨੇ। ਇਹਨਾਂ ਤੋਂ ਬਚ ਕੇ ਰਹਿਣਾ ਪੈਂਦਾ। ਇਸ ਕਰਕੇ ਮਹਾਂਪੁਰਸ਼ਾਂ ਦੇ ਨਾਲ ਜਿਵੇਂ ਉਹ ਕਿਹਾ ਉਹਨਾਂ ਨੇ ਉਦਾਂ ਹੀ ਮੰਨ ਲੈਣ 'ਚ ਭਲਾ ਹੈ। ਨਤ ਕਰ ਬਿਨਾ ਲੇਹ ਬਖਸ਼ਾਏ ਜਾਂ ਫਿਰ ਪਹਿਲਾਂ ਬੇਨਤੀ ਕਰਕੇ ਨਾ ਪਹਿਲਾਂ ਬਖਸ਼ਵਾ ਲੈ। ਪਹਿਲਾਂ ਜਿਹੜਾ ਉਹ ਬਚਨ ਉਹਨਾਂ ਨੇ ਕੀਤਾ ਉਹ ਵਾਪਸ ਕਰਾ ਲੈ ਉਹਨਾਂ ਦੇ ਮੂੰਹ ਤੋਂ। ਉਹ ਕੋਈ ਵਰ ਦੇ ਦੇਣ ਨਾਲ ਤੇ ਬਖਸ਼ਿਆ ਜਾਏਗਾ, ਨਹੀਂ ਤੇ ਸ਼ਰਾਪ ਲੱਗ ਜਾਏਗਾ ਤੈਨੂੰ। ਸੁਣ ਕੇ ਮੱਖਣ ਹਿਰਦੈ ਵਿਚਾਰਾ ਸੁਣ ਕੇ ਬਾਬਾ ਮੱਖਣ ਸ਼ਾਹ ਆਪਣੇ ਹਿਰਦੇ 'ਚ ਵਿਚਾਰ ਕਰਨ ਲੱਗਾ ਹੋਏ ਸਫਲ ਜੋ ਗੁਰੂ ਉਚਾਰਾ ਕਿ ਗੁਰੂ ਸਾਹਿਬ ਦੀ ਰਸਨਾ ਤੋਂ ਜੋ ਬਚਨ ਨਿਕਲੇ ਹੋਣੇ ਦੇ ਪੂਰੇ ਹੀ ਨੇ।
ਉਹ ਤਾਂ ਸਫਲ ਹੀ ਹੋਣੇ ਨੇ। ਉਹਨਾਂ ਬਚਨਾਂ ਨੂੰ ਤਾਂ ਕੋਈ ਖਾਲੀ ਕਰ ਨਹੀਂ ਸਕਦਾ, ਉਹ ਬਚਨ ਤਾਂ ਹੁਣ ਟਾਲ ਨਹੀਂ ਸਕਦੇ। ਪ੍ਰਗਟ ਕਰਿਓ ਚਾਹਤ ਮੈਂ ਇਨਕੋ, ਤੇ ਮੈਂ ਇਹਨਾਂ ਨੂੰ ਪ੍ਰਗਟ ਕਰਨਾ ਚਾਹੁੰਦਾ ਹਾਂ। ਇਹਨਾਂ ਨੇ ਕਿਹਾ ਵੀ ਜਿਹੜਾ ਸਾਨੂੰ ਪ੍ਰਗਟ ਕਰੇਗਾ ਤਾਂ ਮੂੰਹ ਕਾਲਾ ਕਰਾਂਗੇ, ਤੇ ਮੈਂ ਇਹਨਾਂ ਨੂੰ ਪ੍ਰਗਟ ਕਰਨਾ ਜ਼ਰੂਰ ਹੈ। ਦਰਸੇ ਭਲਾ ਹੋਏ ਜਿਨ ਕਿਨਕੋ, ਕਿਉਂਕਿ ਸੰਗਤਾਂ ਦਰਸ਼ਨ ਕਰਨਗੀਆਂ, ਇਹਨਾਂ ਦੇ ਦਰਸ਼ਨ ਕਰਕੇ ਜਿਸ ਕਿਸ ਦਾ ਵੀ ਜਿਹੜਾ ਵੀ ਦਰਸ਼ਨ ਕਰੇਗਾ ਉਹਦਾ ਭਲਾ ਹੋ ਜਾਏਗਾ, ਲੱਖਾਂ ਲੋਕਾਂ ਦਾ ਭਲਾ ਹੋ ਜਾਏਗਾ। ਕਰੋੜਾਂ ਗੁਰੂ ਨਾਨਕ ਦੀਆਂ ਸੰਗਤਾਂ ਭਟਕ ਰਹੀਆਂ ਨੇ, ਸਭ ਨੂੰ ਪੂਰੇ ਗੁਰੂ ਦੇ ਦਰਸ਼ਨ ਹੋ ਜਾਣਗੇ। ਇਹ ਬਹੁਤਨ ਕੋ ਅਤ ਕਲਿਆਣਾ, ਇਹਨਾਂ ਨੂੰ ਪ੍ਰਗਟ ਕਰਨ ਨਾਲ ਬਹੁਤਿਆਂ ਦਾ ਭਲਾ ਹੋਏਗਾ, ਬਹੁਤ ਦੁਨੀਆ ਦਾ ਭਲਾ ਹੋਵੇਗਾ, ਸਾਰੀ ਧਰਤੀ ਦਾ ਹੀ ਭਲਾ ਹੋ ਜਾਏਗਾ। ਇੱਕ ਅਨਿਸ਼ਟ ਮੁਝ ਕੋ ਇਮ ਜਾਣਾ, ਤੇ ਕੱਲਾ ਮੇਰਾ ਮੂੰਹ ਕਾਲਾ ਹੋਵੇਗਾ ਨਾ, ਮੇਰਾ ਬੁਰਾ ਹੋਵੇ ਤੇ ਲੱਖਾਂ ਦਾ ਭਲਾ ਹੋ ਜੇ, ਤੇ ਫਿਰ ਹੋਰ ਚਾਹੀਦਾ ਕੀ ਹੈ। ਹਾਂਜੀ, ਜਾਂ ਤੇ ਮੈਂ ਹੋ ਉਪਕਾਰੀ, ਇਸ ਕਰਕੇ ਮੈਂ ਹੁਣ ਉਪਕਾਰ ਕਰਾਂ, ਆਪਣਾ ਮੂੰਹ ਹੀ ਕਾਲਾ ਕਰਾ ਲਵਾਂ। ਗੁਰੂ ਮਹਾਰਾਜ ਦਾ ਜਸ ਹੋ ਜੇ ਤੇ ਮੇਰਾ ਮੂੰਹ ਕਾਲਾ ਹੋ ਜੇ ਤਾਂ ਕੀ ਹੈ। ਜਿਵੇਂ ਭਾਈ ਲੱਦੇ ਪਰਉਪਕਾਰੀ ਨੇ ਭਾਈ ਸੱਤੇ ਬਲਵੰਡੇ ਨੂੰ ਬਖਸ਼ਾਉਣ ਵਾਸਤੇ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕੀਤਾ, ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇਗਾ ਨਾ ਗੁਰੂ ਨਿੰਦਕਾਂ ਦੀ, ਅਸੀਂ ਇਹਨਾਂ ਦਾ ਉਹਦਾ ਮੂੰਹ ਕਾਲਾ ਕਰ ਦਿਆਂਗੇ। ਤੇ ਭਾਈ ਲੱਦਾ ਪਰਉਪਕਾਰੀ ਲਾਹੌਰ ਚ ਰਹਿੰਦਾ ਸੀ, ਉਹਦੇ ਕੋਲ ਜਾ ਕੇ ਸੱਤੇ ਬਲਵੰਡੇ ਬੇਨਤੀ ਕੀਤੀ ਤੇ ਭਾਈ ਲੱਦਾ ਜੀ ਆਪਣਾ ਮੂੰਹ ਕਾਲਾ ਕਰਕੇ ਆ ਗਏ ਸਨ, ਘੋੜੇ ਖੋਤੇ ਤੇ ਬਹਿ ਕੇ ਆਪਣਾ ਜਲੂਸ ਆਪ ਹੀ ਕੱਢ ਲਿਆ। ਤੇ ਗੁਰੂ ਅਰਜਨ ਦੇਵ ਜੀ ਨੇ ਲਾ ਕੇ ਗੱਲ ਨਾਲ ਲਾ ਲਿਆ ਸੀ, ਕਹਿੰਦੇ ਧੰਨ ਗੁਰੂ ਕੇ ਸਿੱਖ ਪਰਉਪਕਾਰੀ ਹਨ। ਤੋ ਭਾਈ ਮੱਖਣ ਸ਼ਾਹ ਵੀ ਸੋਚਦਾ ਜੇ ਮੂੰਹ ਕਾਲਾ ਕਰਕੇ ਵੀ ਪਰਉਪਕਾਰ ਹੋ ਜਾਵੇ ਤੇ ਕਰ ਲੈਣਾ ਚਾਹੀਦਾ ਹੈ। ਸਫਲ ਪੇ ਕਰੋ ਜੋ ਗੁਰੂ ਉਚਾਰੀ, ਨਾਲੇ ਗੁਰੂ ਦਾ ਬਚਨ ਜੋ ਰਸਨਾ ਤੋਂ ਨਿਕਲਿਆ ਉਹ ਸਫਲ ਹੋ ਜਾਏਗਾ। ਪੂਰਬ ਗਇਓ ਨਾਨਕੀ ਤੀਰ, ਪਹਿਲਾਂ ਭਾਈ ਮੱਖਣ ਸ਼ਾਹ ਗੁਰੂ ਘਰ ਚ ਮਾਤਾ ਨਾਨਕੀ ਜੀ ਦੇ ਕੋਲ ਗਿਆ, ਪਰਜ ਸੰਗ ਤੇ ਸਗਰੀ ਭੀਰ, ਆਪਣੇ ਨਾਲ ਦੀ ਭੀੜ ਨੂੰ ਬਾਹਰ ਖੜੇ ਕਰਤਾ, ਕਿਉਂਕਿ ਮਹਾਰਾਜ ਦਾ ਵਿਹੜਾ ਛੋਟਾ ਹੀ ਸੀ ਤੇ ਮਹਾਰਾਜ ਦਾ ਹੁਕਮ ਸੀ ਵੀ ਇਕੱਲਾ ਹੀ ਅੰਦਰ ਆਵੇਂ, ਬਾਹਰ ਬਾਕੀ ਆਪਣੀ ਜਿੰਨੀ ਲਾਓ ਲਸ਼ਕਰ ਸੰਗਤ ਹੈ ਉਹ ਬਾਹਰ ਖੜੀ ਕਰ। ਬਾਹਰ ਖੜੀ ਕਰਕੇ ਆਪਣੇ ਨਾਲ ਦੀ ਸੰਗਤ ਨੂੰ ਮੱਖਣ ਸ਼ਾਹ ਗੁਰੂ ਸਾਹਿਬ ਜੀ ਦੀ ਮਾਤਾ ਕੋਲ ਪਹੁੰਚਿਆ। ਕੁਛ ਤਨ ਤਰਕੈ ਮਸਤਕ ਟੇਕਾ, ਮਾਤਾ ਜੀ ਦੇ ਚਰਨਾਂ 'ਚ ਕੁਝ ਮਾਇਆ ਰੱਖ ਕੇ ਮੱਥਾ ਟੇਕਿਆ। ਬੈਠੀ ਮਾਤਾ ਸਹਤ ਬਿਬੇਕਾ, ਬੜੇ ਗਿਆਨਵਾਨ ਮਾਤਾ ਨਾਨਕੀ ਜੀ ਬੈਠੇ ਹਨ। ਸਾਦਰ ਸਿੱਖ ਕੋ ਬਾਕ ਸੁਨਾਏ, ਬੜੇ ਸਤਿਕਾਰ ਨਾਲ ਭਾਈ ਮੱਖਣ ਸ਼ਾਹ ਨੂੰ ਕਹਿਣ ਲੱਗੇ। ਬਹਿਰ ਉਠਿਓ ਮੱਖਣ ਤਿਸ ਥਾਏ, ਮੱਖਣ ਸ਼ਾਹ ਜਿਹੜਾ ਉੱਥੇ ਬੈਠਾ ਸੀ, ਸਤਿਗੁਰ ਕੋ ਲੰਗਰ ਜਿਸ ਘਰ ਮੈਂ, ਕਹਿੰਦੇ ਮਾਤਾ ਜੀ ਨੂੰ ਨਮਸਕਾਰ ਕਰਕੇ ਇੱਕ ਦੋ ਬਚਨ ਕਰਕੇ ਤੇ ਕਹਿਣ ਲੱਗਾ ਮਾਤਾ ਜੀ ਰਸੋਈ ਕਿੱਥੇ ਹੈ, ਲੰਗਰ ਕਿੱਥੇ ਹੈ। ਮਾਤਾ ਜੀ ਕਹਿੰਦੇ ਉਹ ਹੈ ਲੰਗਰ, ਤੇ ਉਧਰ ਨੂੰ ਤੁਰ ਪਿਆ। ਤਹਤੇ ਲੈ ਘਾਰਸ ਨਿਜ ਘਰ ਮੈਂ, ਲੰਗਰ ਵਿੱਚ ਜਾ ਕੇ ਗੁਰੂ ਘਰ ਦੀ ਜਿਹੜੀ ਲੋਹ ਸੀ ਨਾ ਤਵੀ ਲੋਹ ਮਾਤਾ, ਉਹਦੇ ਨਾਲੋਂ ਕਾਲ ਖਿਲਾ ਕੇ ਤੇ ਆਪਣੇ ਮੂੰਹ ਤੇ ਲਾਉਣ ਲੱਗ ਪਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਿੱਖੀ ਸਾਧ ਸੰਗਤ ਜੀ ਬੜੀ ਕਠਿਨ ਹੈ। ਅਸੀਂ ਤਾਂ ਉਦਾਂ ਹੀ ਸਿੱਖ ਬਣ ਜਾਂਦੇ ਆ, ਪਰ ਸਿੱਖ ਮਰ ਕੇ ਬਣਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਤੇ ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਦਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਇਹੋ ਜੀ ਆਪਣੇ ਆਪ ਨੂੰ ਕੁਰਬਾਨ ਹੀ ਕਰ ਦੇਣਾ। ਕੋਈ ਮੂੰਹ ਕਾਲਾ ਕਰਾਉਣਾ ਸੌਖਾ ਕੰਮ ਹੈ? ਬਹੁਤ ਮਰ ਕੇ ਹੁੰਦਾ। ਤੇ ਗੁਰੂ ਕੇ ਸਿੱਖ ਜਿਉਂਦੇ ਹੀ ਮਰੇ ਹੁੰਦੇ ਆ। ਜੋ ਜੀਵਤ ਮਰਨਾ ਜਾਣੈ, ਸੋ ਪੰਜ ਸੈਰ ਸੁਖ ਮਾਨੈ। ਧੰਨ ਭਾਈ ਮੱਖਣ ਸ਼ਾਹ ਗੁਰੂ ਦੇ ਲੰਗਰ ਦੀ ਲੋਹ ਚੋਂ ਲੈ ਕੇ ਕਾਲਖ ਮੱਥੇ ਨੂੰ ਲਾ ਲਈ, ਮੂੰਹ ਨੂੰ ਲਾ ਲਈ ਹੈ। ਆਪਣੇ ਮੁਖ ਪਰ ਸਰਬ ਲਗਾਈ, ਆਪਣੇ ਮੁਖ ਤੇ ਕਾਲਖ ਲਾ ਲਈ ਹੈ ਬਾਬੇ ਮੱਖਣ ਸ਼ਾਹ ਨੇ। ਗਿਆ ਕਰੂ ਟੇਕ ਸ਼ਰਦ ਬਧਾਈ, ਤੇ ਬੜੀ ਸ਼ਰਧਾ ਨਾਲ ਭੌਰੇ ਸਾਹਿਬ ਵੱਲ ਕਦਮ ਵਧੇ ਹਨ, ਜਿੱਥੇ ਸਤਿਗੁਰੂ ਮਹਾਰਾਜ ਭੌਰੇ 'ਚ ਬੈਠੇ ਪਰਮੇਸ਼ਰ ਨਾਲ ਇਕਮਿਕ ਹੋਏ ਭਗਤੀ ਕਰ ਰਹੇ ਹਨ। ਦੁਆਰੇ ਅੰਦਰ ਜਬ ਪ੍ਰਵਸ਼ਾਇਓ, ਜਦੋਂ ਦਰਵਾਜ਼ੇ ਤੇ ਮੱਥਾ ਟੇਕਿਆ ਤੇ ਅੰਦਰ ਵੜਿਆ। ਪਾਤਸ਼ਾਹ ਨਭ ਪੇ ਦਰਸਾਇਓ, ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਚਿਹਰਾ ਨੂਰੋ ਨੂਰ ਹੈ।
ਜਿਵੇਂ ਚੰਦਰਮਾ ਚੋਂ ਰਿਸ਼ਮਾਂ ਨਿਕਲਦੀਆਂ ਹੁਣ ਏਦਾਂ ਮਹਾਰਾਜ ਦੇ ਸੋਹਣੇ ਰੂਪ ਵਿੱਚੋਂ ਕਿਰਨਾਂ ਪ੍ਰਕਾਸ਼ ਕਰ ਰਹੀਆਂ ਹਨ। ਪੰਚਾਮ੍ਰਿਤ ਜਿਹ ਕਰਿਓ ਅਗਾਰੇ, ਜਿਹੜੇ ਕੜਾਹ ਪ੍ਰਸ਼ਾਦ ਦੀ ਬਰਾਤ ਲਿਆਇਆ ਸੀ ਉਹ ਅੱਗੇ ਰੱਖ ਦਿੱਤੀ ਸਤਿਗੁਰਾਂ ਦੇ। ਅਪਰ ਉਪਾਇਨ ਲੀਨ ਸੰਗਾਰੇ, ਤੇ ਜਿਹੜੀਆਂ ਵਧੀਆ ਵਧੀਆ ਭੇਟਾਵਾਂ ਤੋਹਫੇ ਸ਼ਸਤਰ ਬਸਤਰ ਸੀ ਉਹ ਵੀ ਹਜੂਰ ਦੇ ਚਰਨਾਂ 'ਚ ਅਰਪਣ ਕੀਤੇ ਹਨ। ਜਾਏ ਨਮਹਿ ਕੀਨਸ ਗੁਰਤਾਈ, ਗੁਰੂ ਤੇਗ ਬਹਾਦਰ ਸਾਹਿਬ ਨੂੰ ਨਮਸਕਾਰ ਕੀਤੀ ਮੱਖਣ ਸ਼ਾਹ ਲਵਾਣੇ ਨੇ ਧਰਿਓ ਤਿਹਾਵਨ ਕਰ ਅਗਵਾਈ, ਤੇ ਕੜਾਹ ਪ੍ਰਸ਼ਾਦ ਅੱਗੇ ਰੱਖਿਆ ਸਤਿਗੁਰਾਂ ਦੇ। ਪੁਰਦੀ ਨਾਰ ਭੇਟ ਧਰ ਦੀਨਸ, ਤੇ 500 ਮੋਹਰਾਂ ਜਿਹੜੀਆਂ ਸੋਨੇ ਦੀਆਂ ਸੁੱਖੀਆਂ ਸੀ ਉਹ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੀਆਂ ਹਨ। ਕੋਸ਼ਿਸ਼ ਰੁਚਰ ਦਿਖਾਵਨ ਕੀਨਸ, ਤੇ ਮਹਾਰਾਜ ਦੇ ਪਾਣ ਵਾਸਤੇ ਜਿਹੜਾ ਸਾਰੀ ਰਾਤ ਲਾ ਕੇ ਦਰਜੀਆਂ ਨੇ ਬਹੁਤ ਹਜ਼ਾਰਾਂ ਰੁਪਏ ਦੇ ਮਹਿੰਗੇ ਕੱਪੜੇ ਦਾ ਚੋਲਾ ਸੀਤਾ ਸੀ, ਉਹ ਚੋਲਾ ਵੀ ਸਤਿਗੁਰਾਂ ਦੇ ਅੱਗੇ ਰੱਖਿਆ ਹੈ। ਬਿਨਾ ਸਹਦ ਗੁਰ ਸੋ ਕਹਿ ਬਾਣੀ, ਬੇਨਤੀ ਕਰਦਾ ਮੱਖਣ ਸ਼ਾਹ, ਹੇ ਤੀਰਣ ਮਹਿ ਤੀਰ ਮਹਾਨੀ, ਇਹ ਧੀਰਜ ਧਾਰੀਆਂ ਵਿੱਚੋਂ ਵੱਡੇ ਧੀਰਜ ਧਾਰੀ ਤੁਹਾਡੇ ਵਰਗਾ ਕੌਣ ਧੀਰਜਵਾਨ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਧਰਤੀ ਵਰਗੀ ਧੀਰਜ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕੋ ਖੋਦਾ ਕੋ ਚੰਦਨ ਲੇਪ। ਮਹਾਰਾਜ ਤੁਸੀਂ ਧੀਰਜ ਧਾਰੀਆਂ ਚੋਂ ਵੱਡੇ ਧੀਰਜ ਧਾਰੀ ਹੋ। ਅਬ ਕਰੁਣਾ ਕਰ ਪੋਸ਼ਿਸ਼ ਪਾਏ, ਹੁਣ ਕਿਰਪਾ ਕਰੋ ਬਖਸ਼ਿਸ਼ ਕਰੋ, ਇਹ ਪੁਸ਼ਾਕਾ ਇਹ ਚੋਲਾ ਪਹਿਨੋ ਸਤਿਗੁਰੂ ਜੀ। ਬੈਠੋ ਸਭਾ ਹੋ ਪ੍ਰਗਟਾਏ, ਔਰ ਆ ਸੁੰਦਰ ਦਸਤਾਰ ਸਜਾ ਕੇ ਤੇ ਕਰਗੀ ਤੋੜੇ ਲਾ ਕੇ ਹੁਣ ਦਰਬਾਰ ਵਿੱਚ ਬੈਠੋ, ਜਿਵੇਂ ਕਦੀ ਮਹਾਬਲੀ ਛੇਵੇਂ ਪਾਤਸ਼ਾਹ ਤੁਹਾਡੇ ਪਿਤਾ ਜੀ ਬੈਠਿਆ ਕਰਦੇ ਸਨ, ਏਦਾਂ ਤੁਸੀਂ ਵੀ ਉਹਨਾਂ ਦੀ ਥਾਂ ਤੇ 9ਵੀਂ ਥਾਂ ਤੇ ਬੈਠੋ। ਸਿੱਖਿਅਨ ਕੋ ਕਲਿਆਣ ਵਿਚਾਰੋ, ਮਹਾਰਾਜ ਗੁਰੂ ਨਾਨਕ ਦਾ ਪੰਥ ਹੈ, ਗੁਰੂ ਨਾਨਕ ਦੀ ਸੰਗਤ ਰੁਲ ਰਹੀ ਹੈ। 22 ਗੁਰੂ ਮੰਜੀਆਂ ਲਾਈ ਬੈਠੇ, ਪਖੰਡ ਦੀਆਂ ਦੁਕਾਨਾਂ ਖੋਲੀ ਬੈਠੇ ਐ। ਕਿਰਪਾ ਕਰੋ ਮਹਾਰਾਜ ਇਹ ਸੰਗਤਾਂ ਦੀ ਬਾਹ ਫੜੋ। ਸਾਗਰ ਸੰਸਾ ਪਾਰ ਉਤਾਰੋ, ਇਹ ਮਹਾਰਾਜ ਇਹ ਸੰਗਤਾਂ ਸੰਸੇ 'ਚ ਪਈਆਂ ਗੋਤੇ ਖਾ ਰਹੀਆਂ ਜਿਵੇਂ ਸਮੁੰਦਰ 'ਚ ਕੋਈ ਡੁੱਬ ਰਿਹਾ ਹੋਵੇ। ਇਸ ਸੰਸਿਆਂ ਦੇ ਸਮੁੰਦਰ ਦੇ ਵਿੱਚ ਲੋਕ ਗੋਤੇ ਖਾ ਰਹੇ ਨੇ, ਇਹਨਾਂ ਦੀ ਬਾਹ ਫੜ ਕੇ ਕੱਢੋ ਇਹਨਾਂ ਨੂੰ। ਸਗਰੀ ਸੰਗਤ ਭੁੱਲੀ ਫਿਰੈ, ਇਹ ਮਹਾਰਾਜ ਸੰਗਤ ਭੁੱਲੀ ਭਟਕਦੀ ਫਿਰਦੀ ਹੈ, ਨਹੀਂ ਕਿਸੇ ਉਪਰ ਨਿਸ਼ਚਾ ਕਰੈ। ਤੇ ਸੰਗਤ ਦਾ ਕਿਸੇ ਤੇ ਵਿਸ਼ਵਾਸ ਨਹੀਂ ਬਣ ਰਿਹਾ। 22 ਗੁਰੂਆਂ ਨੂੰ ਮੱਥਾ ਟੇਕੀ ਜਾਂਦੇ ਵਿਚਾਰੇ ਦੇਖਾ ਦੇਖੀ, ਪਰ ਮਨ ਨੂੰ ਸ਼ਾਂਤੀ ਕਿਤੋਂ ਨਹੀਂ ਮਿਲਦੀ। ਮਹਿਮਾ ਤੁਮ ਨਹਿ ਸਕਹਿ ਪਛਾਨ, ਇਹ ਭੋਲੇ ਸਿੱਖ ਨੇ, ਤੁਸੀਂ ਗੁਪਤ ਹੋ ਕੇ ਬੈਠੇ ਹੋ ਭੋਰੇ 'ਚ, ਤੁਹਾਡੀ ਮਹਿਮਾ ਇਹ ਪਛਾਣ ਨਹੀਂ ਸਕੇ। ਛਪੇ ਆਪ ਹੋ ਹੈ ਗੁਣ ਖਾਨ, ਕਿਉਂਕਿ ਇਹ ਗੁਣਾਂ ਦੀ ਖਾਨ ਆਪ ਜੀ ਲੁਕ ਕੇ ਬੈਠੇ ਹੋ। ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਤੁਰ ਜਾਣ ਦੀ ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਮਹਾਂਪੁਰਸ਼ਾਂ ਦੀ ਇੱਛਾ ਹੀ ਹੁੰਦੀ ਮੈਂ ਗੁਪਤ ਰਵਾਂ, ਮੈਨੂੰ ਕੋਈ ਪਛਾਣੇ ਨਾ। ਤੇ ਮਹਾਰਾਜ ਤੁਸੀਂ ਗੁਪਤ ਰਹਿਣਾ ਚਾਹੁੰਦੇ ਹੋ, ਸੰਗਤਾਂ ਤੁਹਾਡੇ ਗੁਪਤ ਰਹਿਣ ਕਰਕੇ ਬੜੀਆਂ ਪਰੇਸ਼ਾਨ ਹੋ ਰਹੀਆਂ ਨੇ। ਸਭ ਸੰਗਤ ਕੋ ਦਰਸ਼ਨ ਦੀਜੈ, ਕਰੋ ਕਿਰਪਾ ਹੁਣ ਬਾਠੋ ਬਾਪ ਦੀਵਾਨ ਲਾ ਕੇ ਸੰਗਤਾਂ ਨੂੰ ਦਰਸ਼ਨ ਦਿਓ ਮਹਾਰਾਜ ਜੀ। ਆਪਣੋ ਆਪ ਜਨਾਵਨ ਕੀਜੈ, ਆਪਣੇ ਆਪ ਮਹਾਰਾਜ ਪ੍ਰਗਟ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ੋ, ਆਪਣਾ ਆਪ ਪ੍ਰਗਟ ਕਰੋ। ਮੱਖਣ ਦਿਖ ਮੁਖ ਗੁਰੂ ਉਚਰਿਓ, ਬਾਬੇ ਮੱਖਣ ਸ਼ਾਹ ਦੇ ਮੂੰਹ ਤੇ ਕਾਲਖ ਲੱਗੀ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ, ਪ੍ਰਗਟ ਕਰਨ ਤੇ ਨਹ ਤੂੰ ਟਰਿਓ। ਕਹਿੰਦੇ ਸ਼ਾਹ ਜੀ ਤੂੰ ਸਾਨੂੰ ਪ੍ਰਗਟ ਕਰਨ ਤੋਂ ਟਲਿਆ ਨਹੀਂ, ਤੂੰ ਸਾਨੂੰ ਪ੍ਰਗਟ ਕਰਨ ਤੋਂ ਬਾਜ ਨਹੀਂ ਆਇਆ। ਹਾਂਜੀ ਕਰਿਓ ਅਕਰਨ ਆਪਨ ਮੁਖ ਕਾਰਾ, ਤੇ ਇੱਥੋਂ ਤੱਕ ਪਹੁੰਚ ਗਿਆ ਵੀ ਤੂੰ ਉਹ ਕੰਮ ਕਰ ਲਿਆ ਜਿਹੜਾ ਨਹੀਂ ਕਰਨਾ ਚਾਹੀਦਾ। ਜਿਹੜਾ ਬੰਦੇ ਤੋਂ ਹੋ ਹੀ ਨਹੀਂ ਸਕਦਾ, ਉਹ ਆਪਣਾ ਮੂੰਹ ਕਾਲਾ ਕਰਨ ਵਾਲਾ ਜਿਹੜਾ ਕੰਮ ਕਰ ਲਿਆ, ਇਹ ਤੂੰ ਬਹੁਤ ਵੱਡਾ ਔਖਾ ਕਦਮ ਪੁੱਟਿਆ ਹੈ। ਲੋਕਨ ਲੱਜਾ ਸਕਲ ਨਿਵਾਰਾ, ਤੂੰ ਲੋਕ ਲਾਜ ਨੂੰ ਤਿਆਗ ਦਿੱਤਾ ਹੈ। ਲੋਕ ਕੀ ਕਹਿਣਗੇ, ਸਮਾਜ ਦੁਨੀਆ ਕੀ ਕਹੇਗੀ, ਇਹਦੀ ਪਰਵਾਹ ਨਹੀਂ ਕੀਤੀ ਤੂੰ। ਗੁਰੂ ਬਾਖ ਕੋ ਭਾਰੀ ਭਾਰ, ਆਹ ਗੁਰੂ ਦੇ ਵਾਕਾਂ ਦਾ ਭਾਰੀ ਭਾਰ ਹੁੰਦਾ ਹੈ, ਤੇ ਤੂੰ ਸਹਾਰ ਗਿਆ ਹੈ। ਮੁਖ ਘਾਰੋ ਕਰ ਲੀਨ ਉਤਾਰ, ਤੂੰ ਗੁਰੂ ਦੇ ਉਹ ਬਚਨ ਪੂਰੇ ਕਰ ਦਿੱਤੇ ਜੋ ਸਾਡੀ ਰਸਨਾ ਤੋਂ 2 ਦਿਨ ਪਹਿਲਾਂ ਨਿਕਲੇ ਸੀ, ਸਿੱਖਾਂ ਨੇ ਤੈਨੂੰ ਦੱਸ ਦਿੱਤੇ, ਤੇ ਤੂੰ ਆਪਣਾ ਮੂੰਹ ਕਾਲਾ ਕਰਕੇ ਸਾਡੇ ਬਚਨਾਂ ਤੇ ਫੁੱਲ ਚੜਾ ਦਿੱਤੇ ਹਨ। ਕਰਤਾ ਕੋਟ ਉਠਾਵਨ ਪੀਨ, ਇਹ ਭਾਈ ਮੱਖਣ ਸ਼ਾਹ ਅਸੀਂ ਪਤਾ ਕਿਉਂ ਲੁਕਦੇ ਆਂ, ਇਹ ਜਿਹੜੀ ਗੁਰਿਆਈ ਦਾ ਭਾਰ ਹੈ ਨਾ, ਇਹ ਪੰਡ ਭਾਰੀ ਹੈ। ਆਖੋ ਸ੍ਰੀ ਵਾਹਿਗੁਰੂ। ਕਦੀਆਂ ਲਾ ਕੇ ਚੰਦੋਏ ਸਿਰ ਤੇ ਲਵਾ ਕੇ ਚੌਰ ਕਰਾ ਲੈਣੇ, ਮੱਥੇ ਟਿਕਾ ਲੈਣੇ,
ਸੰਗਤਾਂ ਦੀਆਂ ਭੇਟਾਵਾਂ ਲੈ ਲੈਣੀਆਂ ਤਾਂ ਲੋਕਾਂ ਨੂੰ ਦਿਸਦੀਆਂ ਨੇ, ਪਰ ਜਦੋਂ ਕਿਸੇ ਸਿੱਖ ਦਾ ਕੋਈ ਮਸਲਾ ਹੱਲ ਕਰਨਾ ਹੁੰਦਾ ਹੈ, ਇੱਕ ਦਾ ਥੋੜਾ ਕਰਨਾ, ਲੱਖਾਂ ਕਰੋੜਾਂ ਦੇ ਭਲੇ ਕਰਨੇ ਆ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਇਹ ਕੰਮ ਕੋਈ ਸੌਖਾ ਨਹੀਂ ਹੈ ਮੱਖਣ ਸ਼ਾਹ। ਸੋ ਹਮਰੇ ਮਹ ਅਰਪਨ ਕੀਨ, ਤੂੰ ਐਡੀ ਭਾਰੀ ਗੁਰਿਆਈ ਦੀ ਪੰਡ ਸਾਡੇ ਸਿਰ ਤੇ ਰੱਖ ਦਿੱਤੀ ਹੈ। ਸ਼੍ਰੀ ਨਾਨਕ ਕੀ ਗਾਦੀ ਇਹ ਭਾਈ ਗੁਰੂ ਨਾਨਕ ਦੀ ਗੱਦੀ ਹੈ, ਇਹ ਕੋਈ ਸੌਖੀ ਜੀ ਗੱਲ ਨਹੀਂ ਹੈ। ਹਾਂਜੀ, ਚਾਰੋਂ ਦਿਸ਼ਾ ਨਿਮਿਤ ਜਿਸ ਇਹਦੇ ਆਸਰੇ ਤੇ ਚਾਰੇ ਦਿਸ਼ਾ ਦੇ ਲੋਕ ਬੈਠੇ ਨੇ, ਉੱਤਰ ਦੱਖਣ ਪੂਰਬ ਪੱਛਮ। ਲੱਖਾਂ ਲੋਕ ਨੇ ਜਿਹੜੇ ਇਸ ਗੱਦੀ ਵੱਲ ਤੱਕਦੇ ਨੇ, ਕਰੋੜਾਂ ਲੋਕ ਨੇ ਜਿਹੜੇ ਇਸ ਗੱਦੀ ਦਾ ਸਹਾਰਾ ਤੱਕਦੇ ਨੇ। ਸਿੰਧ ਮੇਖਲਾ ਅਵਨੀ ਚਿਤੀ, ਜਿੰਨੇ ਸਮੁੰਦਰ ਚ ਟਾਪੂ ਹਨ, ਜਿੰਨੀ ਧਰਤੀ ਹੈ, ਸਤਿਗੁਰ ਮਹਿਮਾ ਜਾਣਹਿ ਤਿਤੀ। ਉੱਥੇ ਗੁਰੂ ਦੀ ਮਹਿਮਾ ਹੈ, ਉੱਥੇ ਗੁਰੂ ਦੇ ਸਿੱਖ ਰਹਿੰਦੇ ਨੇ, ਅਰਦਾਸਾਂ ਕਰਦੇ ਨੇ। ਕੀ ਪਤਾ ਕਿਹੜੇ ਮੁਲਕ 'ਚ ਬੈਠਾ ਸਿੱਖ ਅਰਦਾਸ ਕਰੇ ਤੇ ਸਾਨੂੰ ਉੱਥੇ ਜਾਣਾ ਪਵੇ। ਸਾਨੂੰ ਇੱਕ ਦੀ ਸਹਾਇਤਾ ਨਹੀਂ, ਸਾਨੂੰ ਨਾ ਦਿਨੇ ਆਰਾਮ ਹੈ ਨਾ ਰਾਤੀ ਹੈ। ਸਾਡੇ ਅੱਗੇ ਤਾਂ ਸਾਰੇ ਸੰਸਾਰ ਹੀ, ਹੁਣ ਜਿਹੜਾ ਅਮਰੀਕਾ 'ਚ ਬੈਠਾ ਉਹ ਵੀ ਅਰਦਾਸ ਕਰ ਰਿਹਾ, ਜਿਹੜਾ ਕਿਤੇ ਆਸਟ੍ਰੇਲੀਆ 'ਚ ਬੈਠਾ ਉਹ ਵੀ ਅਰਦਾਸ ਕਰ ਰਿਹਾ, ਕਿਤੇ ਦਿਨ ਹੈ ਕਿਤੇ ਰਾਤ ਹੈ, ਗੁਰੂ ਸਾਰਿਆਂ ਦੀ ਸੁਣ ਰਿਹਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰ ਜਾਗਦਾ ਹੈ ਤੇ ਉਹ ਤਾਂ ਸਦਾ ਹੀ ਜਾਗਦਾ ਹੈ। ਮਹਾਰਾਜ ਕਹਿੰਦੇ ਭਾਈ ਸਾਰੀ ਧਰਤੀ ਤੇ ਸਾਡੇ ਸਿੱਖ ਹਨ, ਮੇਰੂ ਆਦਿਕ ਜਤਕ ਪਹਾਰਾ, ਜਿੰਨੇ ਪਹਾੜੀ ਇਲਾਕੇ ਹਨ, ਜਹਾਂ ਕਹਾ ਸਿੱਖੀ ਬਿਸਥਾਰਾ, ਜਿੱਥੇ ਕਿਥੇ ਸਿੱਖੀ ਦਾ ਵਿਸਥਾਰ ਹੈ। ਸਾਗਰ ਬਿਖਾ ਦੀਪ ਹੈ ਜੇਈ, ਜਿੰਨੇ ਸਮੁੰਦਰ ਦੇ ਵਿੱਚ ਦੀਪ ਹਨ, ਸਤਿਗੁਰ ਕਹਿ ਕੇ ਪੂਜਕ ਤੇਈ। ਉਹ ਵੀ ਗੁਰੂ ਘਰ ਦੇ ਪੁਜਾਰੀ। ਸਮੁੰਦਰ 'ਚ ਵੀ ਰਾਜੇ ਸ਼ਿਵਨਾਭ ਵਰਗੇ, ਕਈ ਕੌਲਨਾਭ ਵਰਗੇ ਰਾਜੇ ਸਨ। ਆ ਜਿੰਨੇ ਵੀ ਅੰਡੇਮਾਨ, ਨਿਕੋਬਾਰ, ਸ੍ਰੀਲੰਕਾ, ਥਾਈਲੈਂਡ ਤੇ ਆ ਬਰਮਾ ਤੇ ਮਲੇਸ਼ੀਆ, ਸਿੰਗਾਪੁਰ ਹੈ, ਇਹ ਸਾਰੇ ਉਹ ਸਾਧ ਸੰਗਤ ਜੀ ਰਾਜੇ ਗੁਰੂ ਸਾਹਿਬ ਜੀ ਨੇ ਇਕੱਠੇ ਕਰਕੇ ਟਾਪੂਆਂ ਦੇ ਤੇ ਰਾਜੇ ਕੌਲਨਾਭ ਨੂੰ ਤੇ ਬਖਸ਼ਿਸ਼ ਕੀਤੀ ਸੀ। ਰਾਜਾ ਵੱਡਾ ਫਿਰ ਸ਼ਿਵਨਾਭ ਨੂੰ ਸਾਰਿਆਂ ਦਾ ਮੁਖੀ ਬਣਾਇਆ ਸੀ। ਇਹ ਤਾਂ ਸਾਰਾ ਇਤਿਹਾਸ ਆਪਾਂ ਨੂੰ ਪਤਾ ਹੀ ਹੈ ਵੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਟਾਪੂਆਂ ਵਿੱਚ ਵੀ ਹੈ, ਸਮੁੰਦਰਾਂ 'ਚ ਵੀ ਹੈ, ਦੇ ਆਰ ਪਾਰ ਸਾਰੀ ਦੁਨੀਆ ਵਿੱਚ ਹੈ। ਜਿਤਕ ਜੀਵ ਨਵ ਖੰਡਨ ਮਾਹੀ, 9 ਖੰਡਾਂ 'ਚ ਜਿੰਨੇ ਵੀ ਜੀਵ ਜੰਤੂ ਹਨ, ਅਰਪਹ ਭੇਟ ਗੁਰੂ ਪਗ ਪਾਹੀ। ਉਹ ਗੁਰੂ ਚਰਨਾਂ 'ਚ ਆਪਣੀ ਭੇਟਾ ਅਰਪਣ ਕਰਦੇ ਨੇ, ਗੁਰੂ ਕੀ ਕੌਡੀ ਦਮੜੀ ਦਸਵੰਧ ਗੁਰੂ ਨੂੰ ਭੇਜਦੇ ਨੇ। ਹੋਨ ਸਹਾਇਕ ਸਭਹਿਨ ਕੇਰ, ਪਰ ਉਹ ਐਵੇਂ ਫ੍ਰੀ 'ਚ ਨਹੀਂ ਭੇਜਦੇ, ਉਹ ਵੀ ਕੁਝ ਚਾਹੁੰਦੇ ਨੇ। ਉਹ ਇਹ ਚਾਹੁੰਦੇ ਵੀ ਗੁਰੂ ਸਾਡੀ ਸਹਾਇਤਾ ਕਰੇ, ਗੁਰੂ ਸਾਡੀ ਬਾਹ ਫੜੇ, ਤੇ ਜੇ ਗੁਰੂ ਉਹਨਾਂ ਦੀ ਬਾਹ ਫੜੇ ਤਾਂ ਹੀ ਉਹ ਭੇਟਾ ਦਿੰਦੇ ਨੇ। ਐਵੇਂ ਥੋੜਾ ਕੋਈ ਚਮਤਕਾਰ ਨੂੰ ਹੀ ਨਮਸਕਾਰ ਹੈ। ਤੇ ਇੰਨੇ ਲੋਕਾਂ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਗੁਰੂ ਨਾਨਕ ਦੀ ਗੱਦੀ ਕੋਈ ਸੌਖੀ ਜੀ ਗੱਦੀ ਨਹੀਂ ਹੈ। ਜਾਂ ਤੇ ਪੋਟ ਪੀਨ ਤੂੰ ਹੇਰ, ਹੇ ਭਾਈ ਮੱਖਣ ਸ਼ਾਹ, ਇਹ ਭਾਰੀ ਪੰਡ ਹੈ। ਕਰਹ ਅਸੁਆ ਸੋਢੀ ਸਾਰੇ, ਤੇ ਦੂਜਾ ਇੱਕ ਹੋਰ ਹੈ ਵੀ ਜਿਹੜੇ ਆ ਸੋਢੀ ਬਾਈ ਬੈਠੇ ਨਾ ਬਾਹਰ ਗੁਰੂ ਬਣ ਕੇ ਪਖੰਡੀ, ਇਹਨਾਂ ਸਾਰਿਆਂ ਨੇ ਈਰਖਾ ਕਰਨੀ, ਇਹਨਾਂ ਸਾਰਿਆਂ ਨੇ ਸਾਡੇ ਨਾਲ ਦੁਸ਼ਮਣੀ ਕਰਨੀ, ਵੈਰ ਕਰਨਾ। ਇਹਨਾਂ ਸਾਰਿਆਂ ਸ਼ਰੀਕਾਂ ਨਾਲ ਵੈਰ ਪਵਾਇਆ ਤੂੰ ਸਾਡਾ। ਹਾਂਜੀ, ਵਿਖੇ ਪਰਸਪਰ ਹੋਇਆ ਰਿਸ ਬਾਰੇ, ਇੱਕ ਦੂਜੀ ਨੂੰ ਵੇਖ ਕੇ ਅੱਖਾਂ ਬਦਲ ਲੈਂਦੇ ਨੇ। ਸਾਨੂੰ ਸਾਡਾ ਪ੍ਰਤਾਪ ਦੇਖ ਕੇ ਤਾਂ ਇਹਨਾਂ ਨੇ ਹੋਰ ਤਰ੍ਹਾਂ ਵੇਖਣਾ, ਈਰਖਾ ਕਰਨੀ ਹੈ। ਨਿਜ ਨਿਜ ਪੂਜਾ ਚਹ ਕਰਵਾਈ, ਆਪਣੀ ਆਪਣੀ ਪੂਜਾ ਕਰਵਾਣੀ ਚਾਹੁੰਦੇ ਨੇ। ਕਰਹ ਆਪਣੀ ਅਦਕ ਵਡਾਈ, ਆਪਣੀ ਵਡਿਆਈ ਆਪਣੇ ਮੂੰਹ ਤੋਂ ਕਰਦੇ ਨੇ। ਕਿੱਡੇ ਕਿੱਡੇ ਇਹਨਾਂ ਨੇ ਤੰਬੂ ਲਾਏ ਨੇ, ਕਿੱਡੇ ਵੱਡੇ ਇਹਨਾਂ ਨੇ ਲੰਗਰ ਲਾਏ ਨੇ, ਕਿੱਡੀਆਂ ਨੇ ਗੱਦੀਆਂ ਲਾਈਆਂ ਨੇ, ਚੰਦੋਏ ਲਾਏ ਨੇ, ਸਾਜ ਧੱਜ ਕੇ ਬੈਠੇ ਨੇ, ਆਪਣੇ ਮਸੰਦਾਂ ਕੋਲੋਂ ਪ੍ਰਚਾਰ ਕਰਾ ਰਹੇ ਵੀ ਸਾਨੂੰ ਗੁਰੂ ਮੰਨੋ। ਇਹ 22 ਮੰਜੀਆਂ ਲੱਗੀਆਂ ਨੇ, ਇਹ ਕਿੱਥੋਂ ਬਰਦਾਸ਼ਤ ਕਰਨਗੀਆਂ ਸਾਨੂੰ। ਹਾਂਜੀ, ਥਾਨਹ ਦੁਆਸ਼ ਅਨੇਕ ਪ੍ਰਕਾਰਾ, ਇਹ ਅਨੇਕਾਂ ਤਰ੍ਹਾਂ ਨਾਲ ਦਵੈਸ਼ ਕਰਨਗੇ, ਈਰਖਾ ਕਰਨਗੇ। ਸ਼ਸਤਰਾ ਦਿਕਦਾ ਕਰਹ ਪ੍ਰਹਾਰਾ, ਇਹ ਤਾਂ ਮੱਖਣ ਸਾਹਿਬ ਸਾਡੇ ਤੇ ਸ਼ਸਤਰ ਵੀ ਚਲਾਣਗੇ, ਇਹ ਸਾਡੇ ਤੇ ਗੋਲੀਆਂ ਚਲਾਣਗੇ। ਗੁਰ ਕੇ ਬੰਸ ਵਿਖੈ ਜਨਮਾਏ, ਹਾਂ, ਇਹ ਗੁਰੂ ਦੇ ਵੰਸ਼ ਵਿੱਚ ਜੰਮੇ ਨੇ। ਇਹ ਗੁਰੂ ਰਾਮਦਾਸ ਦਾ ਪਰਿਵਾਰ ਹੈ। ਕੋਈ ਮਹਾਰਾਜ ਦਾ ਪੋਤਰਾ, ਕੋਈ ਪੜਪੋਤਰਾ, ਕੋਈ ਗਾਂ ਚਾਚੇ ਤਾਏ, ਤਾਂ ਇਹ 22 ਦੇ 22 ਜਿਹੜੇ ਨਾ ਗੁਰੂ ਘਰ 'ਚ ਜੰਮੇ ਹਨ। ਆਪਸ ਮਹਿਮਤ ਸਰ ਤਪਤਾਏ, ਪਰ ਆਪਸ ਵਿੱਚ ਈਰਖਾ ਦੀ ਅੱਗ 'ਚ ਤਪੇ ਹੋਏ ਨੇ।
ਜਿਵੇਂ ਲੋਹੇ ਦਾ ਟੁਕੜਾ ਅੱਗ ਦੇ ਵਿੱਚ ਪਾ ਦਈਏ ਤਾਂ ਲਾਲ ਹੁੰਦਾ, ਏਦਾਂ ਈਰਖਾ ਨਾਲ ਤਪੇ ਪਏ ਹਨ। ਕਰਿਓ ਖਵਾਵਨ ਸਦਕ ਆਹਾਰਾ। ਤੇ ਇਹਨਾਂ ਸਾਰਿਆਂ ਦੇ ਅੰਦਰ ਈਰਖਾ ਦਵੈਸ਼ ਬਹੁਤ ਜ਼ਿਆਦਾ ਹੈ। ਜਾਂ ਤੇ ਗੁਰਤਾ ਪੋਟ ਉਦਾਰਾ। ਹਾਂ, ਗੁਰੂ ਘਰ ਦੀ ਜਿਹੜੀ ਇਹ ਗੱਦੀ ਹੈ ਇਹ ਭਾਰੀ ਹੈ, ਇਹ ਪੰਡ ਵੱਡੀ ਹੈ। ਸੋ ਤੂੰ ਸਾਨੂੰ ਇਹ ਜਿਹੜਾ ਚੁਕਾ ਦਿੱਤਾ ਹੈ ਨਾ ਭਾਰ, ਇਹ ਸਮਝੋ ਜ਼ਹਿਰ ਵਾਲਾ ਖਾਣਾ ਖਾਣ ਵਾਲੀ ਗੱਲ ਹੈ। ਤੁਰਕ ਵਿਰੋਧੀ ਗੁਰ ਘਰ ਕੇਰੇ। ਹਾਂ, ਜਿਹੜੇ ਗੁਰੂ ਘਰ ਦੇ ਵਿਰੋਧੀ ਨੇ ਤੁਰਕ, ਉਹ ਵੀ ਨਹੀਂ ਵੇਖ ਕੇ ਰਾਜੀ। ਇੱਕ ਪ੍ਰੋਬਲਮ ਤਾਂ ਹੈ ਨਹੀਂ। ਇੱਕ ਪਾਸੇ ਤਾਂ ਤੁਹਾਡਾ ਲੱਖਾਂ ਸਿੱਖਾਂ ਦਾ ਭਾਰ ਅਸੀਂ ਚੁੱਕਣਾ, ਲੱਖਾਂ ਕਰੋੜਾਂ ਸਿੱਖਾਂ ਦਾ। ਲੋ ਤੁਹਾਡੀਆਂ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਤੁਸੀਂ ਸਾਨੂੰ ਹੀ ਅਰਦਾਸ ਕਰਨੀ। ਛੋਟੀਆਂ ਛੋਟੀਆਂ ਗੱਲਾਂ ਦੇ ਤੁਸੀਂ ਅਰਦਾਸ ਕਰਦੇ ਹੋ ਸਾਡੇ ਅੱਗੇ, ਸਾਨੂੰ ਪਰੇਸ਼ਾਨ ਕਰਨਾ, ਅਸੀਂ ਉਹ ਵੀ ਹੋਣਾ। ਫਿਰ ਆ ਜਿਹੜੇ ਸ਼ਰੀਕਾ ਹੈ ਸੋਢੀਆਂ ਦਾ, ਇਹਨਾਂ ਦੇ ਨਾਲ ਵੈਰ ਵਿਰੋਧ ਹੋਣਾ ਹੈ, ਉਹ ਸਾਨੂੰ ਭੁਗਤਣਾ ਪੈਣਾ। ਤੁਹਾਨੂੰ ਨਹੀਂ ਪਤਾ ਵੀ ਇਹ ਕੀ ਹੋਣਾ, ਸਾਨੂੰ ਪਤਾ। ਉਧਰੋਂ ਫਿਰ ਤੁਰਕ ਵਿਰੋਧੀ ਗੁਰੂ ਘਰ ਕੇਰੇ, ਤੁਰਕਾਂ ਦਾ ਰਾਜ ਹੈ। ਤੁਰਕ ਗੁਰੂ ਘਰ ਦੇ ਵਿਰੋਧੀ ਹਨ। ਦੇਖੋ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਛੇਵੇਂ ਪਾਤਸ਼ਾਹ ਨਾਲ ਜੰਗ ਹੋਏ ਨੇ, ਬੜੇ ਬੜੇ ਉਪਦਰਵ ਔਰੰਗਜ਼ੇਬ ਕਰ ਰਿਹਾ, ਉਹਦੇ ਨਾਲ ਵੀ ਸਾਨੂੰ ਮੱਥਾ ਲਾਉਣਾ ਪੈਣਾ ਹੈ। ਆਪਣੋ ਜ਼ੋਰ ਜਨਾਏ ਬਡੇਰੇ। ਤੁਰਕ ਆਪਣਾ ਜ਼ੋਰ ਜਤਾਉਂਦੇ ਨੇ, ਆਪਣੇ ਹਕੂਮਤ ਦੇ ਨਾਲ, ਆਪਣੇ ਰਾਜ ਦੇ ਨਾਲ ਲੋਕਾਂ ਨੂੰ ਆਪਣੇ ਧਰਮ 'ਚ ਲਿਆਉਂਦੇ ਨੇ। ਕਰਾਮਾਤ ਚਾਹਤ ਹੈ ਦੇਖਾ। ਔਰੰਗਜ਼ੇਬ ਰੋਜ਼ ਕਰਾਮਾਤਾਂ ਵੇਖਣੀਆਂ ਚਾਹੁੰਦਾ ਹੈ। ਬਾਬੇ ਰਾਮ ਰਾਏ ਦੀਆਂ ਕਰਾਮਾਤਾਂ ਦੇਖ ਕੇ ਰੱਜਿਆ ਨਹੀਂ, ਉਹ ਸਾਡੀਆਂ ਵੀ ਕਰਾਮਾਤਾਂ ਦੇਖਣੀਆਂ ਚਾਹੁੰਦਾ ਹੈ। ਕੋ ਦਿਖਰਾਵ ਹੈ ਬੁੱਧ ਬਸ਼ੇਖਾ। ਕੌਣ ਉਹਨੂੰ ਜਾ ਕੇ ਕਰਾਮਾਤਾਂ ਦਿਖਾਵੇ? ਕੋਈ ਬੁੱਧੀ ਵਾਲਾ, ਕੋਈ ਸਿਆਣਾ ਬੰਦਾ ਜਿਹੜਾ ਹੋਵੇਗਾ, ਭਾਣਾ ਮੰਨਣ ਵਾਲਾ, ਬਾਣੀ ਦਾ ਰਸੀਆ, ਉਹ ਤਾਂ ਇਹ ਕੰਮ ਕਰੇਗਾ ਨਹੀਂ। ਜਿਹੜਾ ਗਿਆਨਵਾਨ ਹੈ ਉਹ ਤਾਂ ਕਰਾਮਾਤਾਂ ਨੂੰ ਕਹਿਰ ਕਹਿੰਦਾ, ਉਹਦਾ ਜਾਦੂਗਰਾਂ ਦੀ ਖੇਡ ਸਮਝਦਾ। ਇਹ ਕਰਾਮਾਤਾਂ ਦਿਖਾਣੀਆਂ ਕੋਈ ਚੰਗਾ ਕੰਮ ਨਹੀਂ ਹੈ। ਨਾਟਕੀ ਭਾਂਤ ਆਪ ਦਿਖਰਾਵ ਹੈ। ਜਾ ਕੇ ਜਾਦੂਗਰਾਂ ਦੀ ਤਰ੍ਹਾਂ, ਨਾਟਕ ਦੀ ਤਰ੍ਹਾਂ, ਬਾਜੀਗਰ ਦੀ ਤਰ੍ਹਾਂ ਉੱਥੇ ਆਪਣਾ ਆਪ ਦਿਖਾਣਾ ਹੈ। ਹਰ ਦਰਗਾਹ ਕਿਆ ਮੁਖ ਦਿਖਰਾਵ ਹੈ। ਤੇ ਹਰੀ ਦੇ ਦਰਗਾਹ, ਪ੍ਰਮਾਤਮਾ ਦੇ ਦਰਬਾਰ 'ਚ ਕੀ ਮੂੰਹ ਦਿਖਾਣਗੇ? ਨਹ ਸੰਤਨ ਮੈਂ ਐਸੀ ਬਾਤ। ਸੰਤਾਂ ਵਿੱਚ ਇਹ ਮਰਜ਼ਾਦਾ ਹੈ, ਜਿਹੜੇ ਕਰਾਮਾਤਾਂ ਦਿਖਾਉਂਦੇ ਸਿੱਧੀਆਂ ਸਿੱਧੀਆਂ, ਉਹ ਪ੍ਰਮਾਤਮਾ ਦੀ ਦਰਗਾਹ 'ਚ ਸੁਰਖਰੂ ਨਹੀਂ ਹੁੰਦੇ। ਸੰਤ ਏਦਾਂ ਨਹੀਂ ਕਰਦੇ। ਜਿਨਕੇ ਸਦਾ ਬਸਤ ਚਿਤ ਸ਼ਾਂਤ। ਸੰਤਾਂ ਦੇ ਮਨ 'ਚ ਹਮੇਸ਼ਾ ਸ਼ਾਂਤੀ ਰਹਿੰਦੀ ਹੈ, ਉਹ ਵਾਹਿਗੁਰੂ ਦੇ ਭਾਣੇ ਵਿੱਚ ਰਹਿੰਦੇ ਆ, ਕਿਤੇ ਆਪਣੀ ਕਰਾਮਾਤ ਸ਼ਕਤੀ ਨੂੰ ਜ਼ਾਹਰ ਨਹੀਂ ਕਰਦੇ। ਕਰਤਾ ਪੋਟ ਇਸੀ ਤੇ ਭਾਰੀ। ਇਸ ਕਰਕੇ ਮੱਖਣ ਸ਼ਾਹ, ਇਹ ਸਾਨੂੰ ਪਤਾ ਹੈ ਨਾ ਵੀ ਇਹ ਭਾਰ ਕਿੰਨਾ ਵੱਡਾ। ਗੁਰਿਆਈ ਗੱਦੀ ਦੀ ਪੰਡ ਬਹੁਤ ਭਾਰੀ ਹੈ, ਬਹੁਤ ਭਾਰੀ ਹੈ। ਬੜ ਸਮਰੱਥ ਜਤ ਸਕੇ ਸਹਾਰੀ। ਕੋਈ ਬਹੁਤ ਸਮਰੱਥਾ ਵਾਲਾ ਮਹਾਂਪੁਰਸ਼ ਹੋਵੇ, ਉਹ ਝੱਲ ਸਕਦਾ ਹੈ ਪੰਡ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਨੇ ਚੁਣੇ ਸੀ। ਲੱਖਾਂ ਕਰੋੜਾਂ ਸਿੱਖ ਸੀ ਬਾਬੇ ਕੋਲ, ਪਰ ਭਾਈ ਗੁਰਦਾਸ ਜੀ ਲਿਖਦੇ, ਬਾਬਾਣੇ ਗੁਰਸਿੱਖ ਲੈਣਾ ਆਇਆ। ਬਾਬੇ ਨਾਨਕ ਦਾ ਸਿੱਖ ਇੱਕੋ ਹੀ ਹੋਇਆ, ਕਹਿੰਦੇ ਭਾਈ ਲੈਣਾ। ਬਾਬਾਣੇ ਗੁਰਸਿੱਖ ਲੈਣਾ ਆਇਆ। ਪੂਰਨ ਸਿੱਖੀ ਦੀ ਅਵਸਥਾ ਜਿਹੜੀ ਹੈ ਨਾ, ਉਹ ਗੁਰੂ ਦੀ ਅਵਸਥਾ ਹੈ। ਆਖੋ ਸ੍ਰੀ ਵਾਹਿਗੁਰੂ। ਪੂਰਨ ਸਿੱਖੀ ਉੱਥੇ ਹੁੰਦੀ ਜਦੋਂ ਸਿੱਖ ਤੇ ਗੁਰੂ ਇੱਕ ਹੋ ਜਾਂਦੇ, ਪਰ ਇਹ ਕੋਈ ਸੌਖਾ ਕੰਮ ਥੋੜਾ। ਹਾਂਜੀ, ਪ੍ਰਗਟ ਹੈ ਤਾ ਕੁਝ ਕੋ ਕਿਆ ਹੋਏ। ਹਾਂ, ਜੇ ਕਹਿੰਦੇ ਪ੍ਰਗਟ ਹੋ ਵੀ ਜਾਈਏ ਤਾਂ ਕੀ ਹੋਵੇਗਾ? ਪੂਰ ਮਨੋਰਥ ਪਇਓ ਸੋ ਜੋਏ। ਹਾਂ, ਤੇਰਾ ਮਨੋਰਥ ਤੇ ਪੂਰਾ ਹੋ ਗਿਆ। ਮਾਰੇ ਕਹਦੇ ਤੇਰਾ ਮਨੋਰਥ ਤੇ ਪੂਰਾ ਹੋ ਗਿਆ ਨਾ। ਤੇਰਾ ਜਹਾਜ਼ ਵੀ ਬੰਨੇ ਲਾਤਾ। ਫਿਰ ਤੇਰੀ ਮਨ ਦੀ ਸੀ ਵੀ ਮੈਨੂੰ ਦਰਸ਼ਨ ਦਿਓਗੇ, ਮੈਂ ਤਾਂ ਪ੍ਰਸ਼ਾਦਾ। ਬਾਬੇ ਮੱਖਣ ਸ਼ਾਹ ਨੇ ਪ੍ਰਸ਼ਾਦਾ ਛੱਡਤਾ ਸੀਗਾ। ਅਰਦਾਸ ਕੀਤੀ, 22 ਗੁਰੂਆਂ ਕੋ ਮੱਥਾ ਟੇਕਿਆ, ਕਿਤੋਂ ਗੱਲ ਨਹੀਂ ਬਣੀ, ਮਨ ਦਾ ਸੰਸਾ ਬੁੱਝਿਆ ਨਹੀਂ। ਤੇ ਫਿਰ ਉਹਨੇ ਆਖਿਆ ਵੀ ਮਹਾਰਾਜ, ਜੇ ਮੈਨੂੰ ਤੁਸੀਂ ਦਰਸ਼ਨ ਨਾ ਦਿੱਤੇ, ਮੈਂ ਰੋਟੀ ਨਹੀਂ ਖਾਣੀ, ਮਰ ਜਾਗਾ। ਉਸੇ ਦਿਨ ਹੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋ ਗਏ। ਜਿਸ ਦਿਨ ਸਵੇਰੇ ਅਰਦਾਸ ਕੀਤੀ, ਨਾਸ਼ਤਾ ਪਾਣੀ ਕੁਛ ਨਹੀਂ ਕੀਤਾ, ਪਾਣੀ ਵੀ ਨਹੀਂ ਪੀਤਾ। ਤੇ ਕਿਸੇ ਨੂੰ ਉਹਨਾਂ ਨੂੰ ਪੁੱਛਿਆ ਮਸੰਦਾਂ ਨੂੰ ਵੀ ਹੋਰ ਵੀ ਹੈ ਕੋਈ? ਕਹਿੰਦੇ ਹਾਂ, ਇੱਕ ਤੇਗਾ ਕਰਕੇ ਆ, ਕਮਲਾ ਜਿਹਾ, ਏਦਾਂ ਬੋਲੇ, ਨਰਾਦਰੀ ਨਾਲ ਬੋਲੇ। ਉਹਨਾਂ ਨੂੰ ਕੀ ਪਤਾ ਸੀਗਾ। ਤੇ ਉਹਨਾਂ ਨੇ ਉਸ ਤੋਂ ਹੀ ਕੱਚਾ ਬਚਨ ਕੀਤਾ, ਜਿਹੜਾ ਸਾਨੂੰ ਬੋਲਣਾ ਨਹੀਂ ਚਾਹੀਦਾ, ਪਰ ਉਹ ਇਤਿਹਾਸ ਤੇ ਏਦਾਂ ਦੱਸਣਾ ਪੈਂਦਾ ਨਾ। ਤੇ ਉਹ ਕਹਿੰਦੇ ਉਹਨਾਂ ਨੇ ਕੱਚਾ ਜਿਹਾ ਬਚਨ ਕੀਤਾ, ਅੱਧਾ ਜਿਹਾ ਨਾਂ ਲਿਆ ਮਹਾਰਾਜ ਦਾ। ਤੇ ਬਾਬਾ ਮੱਖਣ ਸ਼ਾਹ ਜਦੋਂ ਆਏ ਸਤਿਗੁਰਾਂ ਕੋਲ,
ਤੇ ਉਸ ਮਨ ਦਾ ਮਾਰੇ ਨੇ ਫੁਰਨਾ ਉਸੇ ਵੇਲੇ ਬੁੱਝ ਲਿਆ, ਸਾਰੀ ਗੱਲ ਦੱਸਤੀ ਵੀ ਮਰ ਜਾਏਗਾ ਭੁੱਖਾ ਪਿਆਸਾ। ਹੁਣ ਫਿਰ ਕਹਿ ਰਹੇ ਨੇ, ਕਹਿੰਦੇ ਤੇਰੀ ਗੱਲ ਬਣ ਗਈ ਹੈ ਵੀ ਤੇਰਾ ਸੀਗਾ ਫੁਰਨਾ ਵੀ ਮੇਰਾ ਕੋਈ ਬੁੱਝ ਲਵੇ, ਤੇਰਾ ਬੁੱਝ ਵੀ ਲਿਆ, ਤੇਰਾ ਜਹਾਜ਼ ਵੀ ਬੰਨੇ ਲੱਗ ਗਿਆ, ਉਹ ਪਹਿਲਾ ਕੰਮ ਹੋ ਗਿਆ। ਇੱਥੇ ਆ ਕੇ ਤੇਰੀ ਦੂਜੀ ਜਿੱਦ ਸੀ ਵੀ ਪੂਰਾ ਗੁਰੂ ਲੱਭ ਜੇ, ਤੈਨੂੰ ਲੱਭ ਗਿਆ ਨਾ, ਤੇ ਤੂੰ ਹੁਣ ਬਾਹਰ ਰੌਲਾ ਪਾ ਕੇ ਕੀ ਲੈਣਾ, ਕੀ ਪ੍ਰਗਟ ਕਰਕੇ ਕੀ ਕਰੇਗਾ? ਮੱਥਾ ਟੇਕ ਤੇ ਆਪਣੇ ਘਰ ਜਾ ਤੇ ਸਾਨੂੰ ਏਦਾਂ ਰੱਬ ਰੱਬ ਕਰਨ ਦੇ। ਹਾਂਜੀ, ਦਰਸ਼ਨ ਕਰੇ ਉਪਾਇਨ ਦੀਨ। ਤੂੰ ਸਾਡੇ ਦਰਸ਼ਨ ਵੀ ਕਰ ਲਏ, ਭੇਟਾ ਵੀ ਤੇਰੀ ਅਸੀਂ ਲੈ ਲੈਨੇ ਆ, ਪਰ ਹੁਣ ਤੂੰ ਭਾਈ ਸਾਨੂੰ ਪ੍ਰਗਟ ਨਾ ਕਰਦੇ ਚੰਗਾ ਹੈ। ਹਾਂਜੀ, ਸਿੱਖੀ ਕੋ ਨਿਰਬਾਹਨ ਕੀਨ। ਸਿੱਖੀ ਤੇਰੀ ਨਿਭ ਗਈ, ਤੇਰਾ ਮਨ ਦਾ ਨਿਸ਼ਚਾ ਵੱਜ ਗਿਆ, ਤੇਰੀ ਅਰਦਾਸ ਸੁਣੀ ਗਈ, ਤੇਰਾ ਕੰਮ ਜਹਾਜ਼ ਵਾਲਾ ਵੀ ਹੋ ਗਿਆ, ਤੇ ਇੱਥੇ ਜਿਹੜਾ ਤੇਰਾ ਫੁਰਨਾ ਸੀ ਉਹ ਵੀ ਪੂਰਾ ਹੋ ਗਿਆ। ਤੇਰੀ ਲੋਕ ਪਰਲੋਕ ਤੇਰੀ ਬਾਹ ਫੜੀ ਰੱਖਾਂਗੇ, ਤੂੰ ਸਾਨੂੰ ਪ੍ਰਗਟ ਨਾ ਕਰ। ਔਰ ਆਪਣਾ ਕਲਿਆਣ ਵਿਚਾਰ। ਆਪਣੇ ਮਨ ਵਿੱਚ ਆਪਣਾ ਭਲਾ ਵਿਚਾਰ ਲੈ। ਗਮਨ ਆਪਣੇ ਦੇਸ਼ ਮਝਾਰ। ਜਾ ਬਾਣੀ ਪੜਿਆ ਕਰ, ਆਪਣੇ ਦੇਸ਼ ਚਲਾ ਜਾ, ਆਪਣੀ ਧਰਮ ਦੀ ਕਿਰਤ ਕਰੀ ਜਾ, ਜੋ ਤੂੰ ਸ਼ਾਹੂਕਾਰਾ ਕਰਦਾ, ਤੂੰ ਸਾਨੂੰ ਪ੍ਰਗਟ ਕਰਕੇ ਕੀ ਲੈਣਾ। ਹਾਂਜੀ, ਸੁਣ ਮੱਖਣ ਦਾ ਹੱਥ ਨ ਬੰਦ। ਇਹ ਬਚਨ ਸੁਣ ਕੇ ਬਾਬੇ ਮੱਖਣ ਸ਼ਾਹ ਦੋਵੇਂ ਹੱਥ ਜੋੜ ਲਏ। ਸਹਿਤ ਨਿਮਰਤਾ ਬਿਨਾ ਬੁਲੰਦ। ਬੜੀ ਨਿਮਰਤਾ ਦੇ ਨਾਲ ਇਸ ਤਰ੍ਹਾਂ ਗਰੀਬ ਨਵਾਜ ਨੂੰ ਬੇਨਤੀ ਕਰਨ ਲੱਗਾ, ਸੰਗਤ ਸਗਰੀ ਹਿਤ ਉਪਕਾਰੀ। ਇਹ ਸੱਚੇ ਪਾਤਸ਼ਾਹ, ਇਹ ਮੈਂ ਆਪਣੇ ਵਾਸਤੇ ਨਹੀਂ ਕਰ ਰਿਹਾ, ਇਹ ਗੁਰੂ ਜੀ ਤੁਹਾਡੀ ਜਿਹੜੀ ਸੰਗਤ ਹੈ ਨਾ, ਉਹ ਵਿਚਾਰੀ ਭਟਕ ਰਹੀ ਹੈ। ਮਦਰ ਸੁਲੱਛਣ ਕਿਰਾ ਉਚਾਰੀ। ਇਹ ਮਹਾਰਾਜ ਜੀ ਉਹ ਸੰਗਤ ਦੇ ਵਾਸਤੇ ਇਹ ਵਚਨ ਕੀਤਾ ਹੈ, ਸ਼੍ਰੀ ਹਰਿ ਕ੍ਰਿਸ਼ਨ ਬਾਖ ਕੋ ਧਰ ਕੈ। ਕਿਉਂਕਿ ਮਹਾਰਾਜ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਨੇ ਦਿੱਲੀ 'ਚ, ਉਹਨਾਂ ਨੇ ਵਚਨ ਕੀਤਾ ਹੈ ਵੀ ਬਾਬਾ ਬਕਾਲੇ ਵਿੱਚ, ਬਾਬਾ ਬਸ ਹੈ ਗ੍ਰਾਮ ਬਕਾਲੇ। ਉਹਨਾਂ ਦਾ ਵਚਨ ਮੈਂ ਵੀ ਸੁਣਿਆ ਸੀ ਤੇ ਮੈਂ ਵੀ ਬਕਾਲੇ ਤਾਂ ਹੀ ਆਇਆ ਸੀ, ਪਰ ਮਹਾਰਾਜ ਇੱਥੇ ਜਿਹੜੀਆਂ 22 ਮੰਜੀਆਂ ਲੱਗੀਆਂ ਸੀ, ਇਹ ਵੀ ਉਸੇ ਬਚਨ ਕਰਕੇ ਲੱਗੀਆਂ ਸੀ ਵੀ ਬਾਬਾ ਬਕਾਲੇ ਜੀ ਪ੍ਰਗਟ ਹੋਣਾ, ਆਪਾਂ ਉੱਥੇ ਚੱਲ ਕੇ ਆਪਣੀ ਦੁਕਾਨ ਲਾਈਏ। ਇਹ ਦੁਕਾਨਦਾਰੀ ਬਣਾ ਬੈਠੇ ਆਪਣੀ। ਉਧਰੋਂ ਸੰਗਤ ਵੀ ਇਸੇ ਕਰਕੇ ਆਈ ਸੀ ਵੀ ਬਕਾਲੇ ਜੀ ਬਾਬੇ ਨੇ ਪ੍ਰਗਟ ਹੋਣਾ। ਤੇ ਮਹਾਰਾਜ ਇਹ ਜਿਹੜੇ 22 ਬਾਬੇ ਨੇ, ਮੈਂ ਪਹਿਲਾਂ ਪਰਖ ਚੁੱਕਾ, ਇਹਨਾਂ ਵਿੱਚ ਕੋਈ ਸਾਹ ਸਤ ਨਹੀਂ ਹੈ। ਜਿਹੜੇ ਸਤਿਗੁਰੂ ਤੁਸੀਂ ਗੁਪਤ ਬੈਠੇ ਹੋ, ਇਹ ਸਾਰੀ ਸੰਗਤ ਤੁਹਾਨੂੰ ਹੀ ਲੱਭਣ ਆਈ ਹੋਈ ਹੈ। ਇਸ ਥਲ ਹੀ ਪਰ ਨਿਸ਼ਚਾ ਕਰਕੇ। ਇਸ ਜਗ੍ਹਾ ਤੇ ਨਿਸ਼ਚਾ ਕਰਕੇ ਆਈ ਹੈ ਵੀ ਗੁਰੂ ਸਾਹਿਬ ਨੇ 8ਵੇਂ ਪਾਤਸ਼ਾਹ ਨੇ ਬਚਨ ਛੱਡਿਆ ਹੈ ਵੀ ਬਕਾਲੇ 'ਚ ਪ੍ਰਗਟ ਹੋਣਾ ਮਹਾਰਾਜ ਨੇ। ਹਾਂਜੀ, ਆਪ ਹੈ ਸਿੱਖ ਉਪਾਇਨ ਦੇਹ। ਔਰ ਸੰਗਤਾਂ ਇੱਥੇ ਆ ਰਹੀਆਂ ਨੇ, ਉਪਹਾਰ ਭੇਟਾਵਾਂ ਦੇ ਰਹੀਆਂ ਨੇ, ਪਰ ਲੈ ਕੌਣ ਰਿਹਾ? ਗੁਰੂ ਨਹੀਂ ਲੈ ਰਿਹਾ। ਗੁਰੂ ਦੇ ਥਾਂ ਤੇ ਨਕਲੀ ਗੁਰੂ ਬਣੇ 22 ਮੰਜੀਆਂ ਵਾਲੇ ਲੁੱਟ ਰਹੇ ਨੇ। ਰਹਿਤ ਰਿਦਾ ਮਹ ਮਹਦ ਸੰਦੇਹ। ਸੰਗਤ ਦੇ ਮਨ ਦਾ ਸੰਸਾਪ ਉਦਾਂ ਹੀ ਕਾਇਮ ਹੈ ਵੀ ਗੁਰੂ ਸਾਹਿਬ ਕਿਹੜੇ ਨੇ, 22 ਚੋਂ ਕਿਹਨੂੰ ਅਸਲੀ ਮੰਨੀਏ, ਕਿਹਨੂੰ ਨਕਲੀ ਮੰਨੀਏ। ਸੰਗਤ ਭਟਕ ਰਹੀ ਹੈ। ਕਰਹਿ ਕਾਮਨਾ ਤਿਨ ਤੇ ਕੋਈ। ਕੋਈ ਸੰਗਤ ਦੀ ਕਾਮਨਾ ਪੂਰੀ ਨਹੀਂ ਕਰ ਰਿਹਾ। ਕਰਦੇ ਰਹੇ ਨਿਰਦਾਸਾਂ ਵਿਚਾਰੇ ਸਿੱਖ, ਭੋਲੇ ਭਾਲੇ ਸਿੱਖ ਨੇ, ਕੋਈ ਬਾਬੇ ਧੀਰਮਲ ਦੇ ਡੇਰੇ, ਕੋਈ ਸੂਰਜਮਲ ਦੇ, ਕੋਈ ਹੋਰ, ਉਹ ਜਾ ਕੇ ਕਹਿੰਦੇ ਮਹਾਰਾਜ ਮੇਰਾ ਇਹ ਕਾਰਜ ਹੋ ਜੇ, ਮੇਰਾ ਇਹ ਉਹ ਅਰਦਾਸਾਂ ਤਾਂ ਕਰਦੇ ਨੇ, ਪਰ ਗੱਲ ਬਣਦੀ ਕੋਈ ਨਹੀਂ। ਕਿਤੋਂ ਵੀ ਸੰਗਤ ਦਾ ਵਿਚਾਰੀ ਦਾ ਕਿਤੇ ਸਹਾਰਾ ਨਹੀਂ ਬਣ ਰਿਹਾ ਤੁਹਾਡੇ ਤੋਂ ਬਿਨਾਂ ਸਤਿਗੁਰੂ ਜੀ। ਹਿਰਦਾ ਸ਼ੁੱਧ ਜੇ ਲਹੈ ਨ ਸੋਈ। ਮਹਾਰਾਜ ਹਿਰਦਾ ਸ਼ੁੱਧ ਨਹੀਂ ਤੇ ਹੋ ਨਹੀਂ ਰਿਹਾ, ਕਿਉਂਕਿ ਗੁਰੂਆਂ ਦੇ ਕੋਲ ਜਿਹੜੇ ਕੱਚੇ ਗੁਰੂ ਨੇ, ਉਹਨਾਂ ਕੋਲੋਂ ਹਿਰਦੇ ਦੀ ਗੱਲ ਪੁੱਛਦੇ ਨਹੀਂ, ਕੋਈ ਸਮਝਦਾ ਨਹੀਂ ਉਹਨਾਂ ਦੀ ਪੀੜਾ ਨੂੰ। ਇਸ ਕਰਕੇ ਤਰਕ ਕਰਹਿ ਆਪਣੇ ਮਨ ਮਾਹੀ। ਤੇ ਸਿੱਖ ਵਿਚਾਰੇ ਜਿਹੜੇ ਨੇ ਆਪਣੇ ਮਨ 'ਚ ਤਰਕਾਂ ਕਰਦੇ ਨੇ। ਸ਼ਰਧਾ ਸੁਖਦ ਤਰਹਿ ਤਬ ਨਾਹੀ। ਕਹਿੰਦੇ ਵੀ ਇਹਨਾਂ 'ਚੋਂ ਕਿਹੜੇ ਗੁਰੂ ਨੂੰ ਮੰਨੀਏ। ਆਪਸ ਵਿਚਾਰੇ ਸਿੱਖ ਕਰਦੇ ਨੇ ਗੱਲਾਂ। ਜਦੋਂ ਏਦਾਂ ਦੇ ਸੰਸੇ ਵਾਲੀਆਂ ਗੱਲਾਂ ਆ ਜਾਂਦੀਆਂ ਨੇ, ਸ਼ੰਕਾ ਆ ਜਾਂਦਾ, ਉੱਥੇ ਸ਼ਰਧਾ ਰਹਿੰਦੀ ਨਹੀਂ। ਸ਼ਰਧਾਵਾਨਮ ਲੱਭਤੇ ਗਿਆਨਮ। ਸ਼ਰਧਾਵਾਨ ਹੀ ਗਿਆਨੀ ਬਣਦਾ ਹੈ। ਜਿਹਨੂੰ ਸ਼ਰਧਾ ਹੀ ਨਹੀਂ ਹੋਣੀ, ਉਹਨੂੰ ਬ੍ਰਹਮ ਗਿਆਨ ਕੀ ਹੋਣਾ? ਉਹਦਾ ਵਿਚਾਰਾ ਪਹਿਲੀ ਪੌੜੀ ਨਹੀਂ ਚੜ ਸਕਿਆ। ਸੋ ਮਹਾਰਾਜ ਸਿੱਖਾਂ ਦੀ ਸ਼ਰਧਾ ਟੁੱਟਦੀ ਜਾ ਰਹੀ ਹੈ। ਮਹਿਮਾ ਸਿੱਖੀ ਕੀ ਹੋਏ ਰਹਾਰੀ। ਸਿੱਖੀ ਦੀ ਮਹਿਮਾ ਹੌਲੀ ਪੈਂਦੀ ਜਾ ਰਹੀ ਹੈ ਗੁਰੂ ਜੀ। ਸਭ ਸਿਰ ਮੋਰ ਵੱਡੀ ਬੜ ਗੌਰੀ। ਇਹ ਮਹਾਰਾਜ ਜਿਹੜੀ ਗੁਰੂ ਦੀ ਸਿੱਖੀ ਬਹੁਤ ਵੱਡੀ ਹੈ, ਸਭ ਤੋਂ ਮਹਾਨ ਹੈ,
ਪਰ ਜਦੋਂ ਸ਼ਰਧਾ ਟੁੱਟ ਜਾਂਦੀ ਹੈ ਫਿਰ ਕੁਝ ਵੀ ਨਹੀਂ ਰਹਿੰਦਾ। इसको आप बदावन करिए ਆਪ ਇਸ ਸ਼ਰਧਾ ਨੂੰ ਵਧਾਓ ਸਤਿਗੁਰੂ ਜੀ, या ते बिदतन के ਤਾਂ अनुसरिए ਕਿ ਸਿੱਖੀ ਦਾ ਬੂਟਾ ਹੋਰ ਸ਼ਾਨਦਾਰ ਹੋਵੇ, ਬਹੁਤ ਵੱਡਾ ਹੋਵੇ। जेकर कहो रहा इस रीत ਜੇ ਤੁਸੀਂ ਕਹੋ ਵੀ ਇਦਾਂ ਹੀ ਰਹਿਣਾ, ਅਸੀਂ ਰਹਿਣਾ ਹੀ ਗੁਪਤ ਹੈ, ਜੋ ਮਰਜ਼ੀ ਹੋਈ ਜਾਵੇ, ਜੇ ਤੁਸੀਂ ਇਹ ਸੋਚੋ, ਹਾਂਜੀ, करह कामना पूर्ण चीत ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਸੰਗਤ ਦੀਆਂ ਮਨੋ ਕਾਮਨਾ ਕੌਣ ਪੂਰੀਆਂ ਕਰੇਗਾ? तह पी सिखी हित निर्वाह ਤਾਂ ਫਿਰ ਵੀ ਜੇ ਆਪ ਜੀ ਨਹੀਂ ਵੀ ਪ੍ਰਗਟ ਹੋਣਾ ਚਾਹੁੰਦੇ ਤਾਂ ਵੀ ਸਿੱਖੀ ਵਾਸਤੇ ਹੋ ਜਾਓ। ਸਿੱਖੀ ਦਾ ਵਾਸਤਾ ਜੇ ਗੁਰੂ ਸੱਚੇ ਪਾਤਸ਼ਾਹ ਨੂੰ ਸਿੱਖੀ ਦਾ ਵਾਸਤਾ ਪਾਇਆ ਮੱਖਣ ਸ਼ਾਹ ਨੇ। ਮਹਾਰਾਜ ਤੁਹਾਨੂੰ ਹੁਣ ਸਿੱਖੀ ਦਾ ਵਾਸਤਾ ਹੈ। ਗੁਰੂ ਨੂੰ ਸਿੱਖੀ ਦਾ ਹੁੰਦਾ ਤੇ ਸਿੱਖ ਨੂੰ ਗੁਰੂ ਦਾ ਵਾਸਤਾ ਹੁੰਦਾ। ਜੇ ਆਪਾਂ ਕਈ ਵਾਰੀ ਕਿਸੇ ਸਿੱਖ ਨੂੰ ਮਨਾਉਣਾ ਹੋਵੇ ਨਾ, ਉਹਨੂੰ ਕਹਿੰਦੇ ਗੁਰੂ ਦੇ ਵਾਸਤੇ, ਅਬ ਉਹ ਕਹਿੰਦਾ ਚਲ ਹੁਣ ਗੁਰੂ ਦਾ ਵਾਸਤਾ ਪਾਤਾ, ਹੁਣ ਤਾਂ ਗੱਲ ਮੰਨਣੀ ਪੈਣੀ ਹੈ। ਗੁਰੂ ਦੇ ਵਾਸਤੇ ਨੂੰ ਨਹੀਂ ਕੱਟ ਸਕਦਾ ਸਿੱਖ, ਤੇ ਸਿੱਖ ਦੇ ਵਾਸਤੇ ਨੂੰ ਗੁਰੂ ਨਹੀਂ ਕੱਟ ਸਕਦਾ। ਮਹਾਰਾਜ ਜੀ ਵੀ ਸਿੱਖੀ ਦਾ ਵਾਸਤਾ ਜੇ, ਹੁਣ ਇਹ ਸਿੱਖੀ ਬਚਾ ਲਓ। ਜੇ ਤੁਸੀਂ ਨਾ ਗੱਦੀ ਸਾਂਭੀ ਤਾਂ ਇਹ ਗੁਰੂ ਨਾਨਕ ਦੀ ਸਿੱਖੀ ਭਟਕ ਜਾਏਗੀ, ਬਹੁਤ ਪਰੇਸ਼ਾਨ ਹੋਵੇਗੀ। ਹਾਂਜੀ, पाछा पूर्ण करहो अमाह ਮਹਾਰਾਜ ਇਹ ਸੰਗਤ ਦੀ ਬਾਸ਼ਾ ਪੂਰੀ ਕਰੋ। एह पी सिखन की अभिलाखा ਇਹ ਵੀ ਸਿੱਖਾਂ ਦੀ ਇੱਛਾ ਹੈ, सबन मनोरथ या मैं राखा ਸਾਰਿਆਂ ਦਾ ਇਹਦੇ ਚ ਮਨੋਰਥ ਹੈ। अपर कामना पूरो हो जैसे ਮਹਾਰਾਜ ਜਿਵੇਂ ਦੂਜਿਆਂ ਦੀ ਕਾਮਨਾ ਪੂਰੀ ਕਰਦੇ ਹੋ, हरखत करो सिखिए गन तैसे ਆਪਣੇ ਸਿੱਖਾਂ ਦੀ ਸਾਰਿਆਂ ਦੀ ਕਰਦੇ ਹੋ। ਜਿੰਨੀ ਸੰਗਤ ਭਟਕ ਰਹੀ ਹੈ, ਪੂਰੇ ਗੁਰੂ ਨੂੰ ਲੱਭ ਰਹੀ ਹੈ, ਉਹਨੂੰ ਦਰਸ਼ਨ ਦੇ ਦਿਓ। श्री हर कृष्ण बाक सत करिए है ਨਾਲੇ ਸਤਿਗੁਰੂ 8ਵੇਂ ਪਾਤਸ਼ਾਹ ਗੁਰਦੇਵ ਦੇ ਬਚਨ ਪੂਰੇ ਕਰ ਦਿਓ। बैठ सभा मह दर्श दिखरिए है ਸੰਗਤ ਵਿੱਚ ਬਹਿ ਕੇ ਦਰਸ਼ਨ ਦਿਓ ਸੰਗਤਾਂ ਨੂੰ ਗੁਰੂ ਜੀ। बिद तो जगत बिखै इस भांति ਏਦਾਂ ਜਗਤ ਵਿੱਚ ਪ੍ਰਗਟ ਹੋਵੋ जथा चंद्रमा पूर्ण राति ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਪੂਰਾ ਚੰਦ ਚੜ੍ਹਦਾ ਹੈ। सिखियन को कर बेकल्याण ਸਿੱਖਾਂ ਦਾ ਭਲਾ ਕਰਨ ਵਾਸਤੇ चौहदिश महजित कित ब्रत जान ਸਾਰੇ ਪਾਸੇ ਸੰਸਾਰ ਦੇ ਵਿੱਚ ਮਹਾਰਾਜ ਕਰ ਲੋ ਕਿਰਪਾ, ਹੁਣ ਹੋ ਜਾਓ ਪ੍ਰਗਟ। अजार चरण गन दुष्टन माही ਤੇ ਮਹਾਰਾਜ ਆਪ ਜੀ ਸਿੱਖੀ ਨੂੰ ਸੰਭਾਲਣਾ ਹੈ, ਅਜਰ ਨੂੰ ਜਰਨਾ ਹੈ, ਤੇ ਜਿਹੜੇ ਦੁਸ਼ਟਾਂ ਦਾ ਨਾਸ ਕਰਨਾ ਹੈ। नहीं जनावन शक्त तहाही ਹੈ ਮਹਾਰਾਜ ਉੱਥੇ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਵੀ ਤੁਸੀਂ ਹੀ ਪੂਰੇ ਉਤਰ ਸਕਦੇ ਹੋ। ਬਾਬਾ ਮੱਖਣ ਸ਼ਾਹ ਨੂੰ ਵੀ ਕੋਈ ਸੋਝੀ ਹੈ, ਉਹ ਕਹਿੰਦਾ ਮਹਾਰਾਜ ਉੱਥੇ ਦੁਸ਼ਟਾਂ ਦੇ ਵਿੱਚ ਤੁਹਾਡੇ ਤੋਂ ਬਿਨਾ ਕੋਈ ਠਹਿਰ ਵੀ ਨਹੀਂ ਸਕਣਾ। ਤੁਸੀਂ ਹੋ ਉਸ ਜ਼ੁਲਮ ਨਾਲ ਟੱਕਰ ਲੈ ਸਕਦੇ ਹੋ, ਤੁਸੀਂ ਸਿੱਖਾਂ ਦੇ ਬੇੜੇ ਬੰਨੇ ਲਾ ਸਕਦੇ ਹੋ, ਤੁਸੀਂ ਇਹਨਾਂ ਮਸੰਦਾਂ ਨੂੰ ਜਿਹੜੇ ਤਾਰਿਆਂ ਤਰ੍ਹਾਂ ਟਿਮਟਮਾ ਰਹੇ ਨੇ, ਸੂਰਜ ਦੀ ਤਰ੍ਹਾਂ ਤੁਸੀਂ ਪ੍ਰਕਾਸ਼ ਕਰਕੇ ਇਹਨਾਂ ਨੂੰ ਵੀ ਮੱਧਮ ਕਰ ਸਕਦੇ ਹੋ। ਹਾਂਜੀ, हरख शोक मान रा अपमान ਹਰਖ ਸੋਗ ਮਾਨ ਅਪਮਾਨ ਤੁਹਾਡੇ 'ਚ ਹੈ ਨਹੀਂ, ਨਾ ਤੁਹਾਨੂੰ ਖੁਸ਼ੀ ਹੈ ਨਾ ਗਮੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਹਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨਾ ਤੁਹਾਨੂੰ ਮਾਣ ਹੈ ਨਾ ਅਪਮਾਨ ਹੈ। ਹਾਂਜੀ, सुख दुख महथित ब्रति समान ਸੁੱਖ ਦੁੱਖ ਵਿੱਚ ਤੁਹਾਡੀ ਬਿਰਤੀ ਸਮਾਨ ਹੈ ਸਤਿਗੁਰੂ ਜੀ। इत्यादक जो गर्भा भार ਏਦਾਂ ਜੋ ਭਾਰਾ ਭਾਰ ਹੈ ਨਾ, ਇਹ ਤੁਸੀਂ ਸਹਾਰ ਸਕਦੇ ਹੋ ਮਹਾਰਾਜ। ਤੁਹਾਡੇ ਤੋਂ ਬਿਨਾਂ ਇਹ ਗੱਦੀ ਹੋਰ ਕਿਹੜਾ ਸਾਂਭ ਸਕਦਾ? ਹੋਰ ਕਿਸੇ ਚ ਦਮ ਹੀ ਮਿਲੀ ਨਹੀਂ ਕਿਸੇ ਨੂੰ ਗੱਦੀ ਤੇ ਸਾਂਭਣੀ ਕੀ ਹੈ? ਜੋਤ ਤੁਹਾਡੇ ਚ ਆਈ ਹੈ ਤੇ ਦੂਜਾ ਕਿਵੇਂ ਭਾਰ ਚੁੱਕ ਲਏਗਾ? ਹਾਂਜੀ, तुम और परजम फूल के हार ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਵਾਸਤੇ ਇਹ ਪੰਡ ਇਉਂ ਹੈ ਜਿਵੇਂ ਚਮੇਲੀ ਦਾ ਫੁੱਲ ਹੁੰਦਾ, ਭਾਵ ਹੌਲਾ ਹੈ। ਬਾਕੀਆਂ ਵਾਸਤੇ ਇਹ ਕੋਈ ਵੀ ਨਹੀਂ ਚੁੱਕ ਸਕਦਾ ਪੰਡ। ਇਹ ਗੁਰਿਆਈ ਦੀ ਪੰਡ ਤੁਹਾਡੇ ਤੋਂ ਬਿਨਾਂ ਹੋਰ ਕੋਈ ਚੁੱਕੇ ਉਹਦੇ ਲਈ ਸੁਮੇਰ ਪਰਬਤ ਤੋਂ ਵੀ ਭਾਰੀ ਹੈ। ਤੇ ਤੁਹਾਡੇ ਵਾਸਤੇ ਇਹ ਮਹਾਰਾਜ ਚਮੇਲੀ ਦੇ ਫੁੱਲ ਜਿੰਨੀ ਹੌਲੀ ਹੈ, ਤੁਸੀਂ ਚੱਕ ਸਕਦੇ ਹੋ। इसी भार को संकट पाए ਇਸੇ ਭਾਰ ਦਾ ਸੰਕਟ ਪਾ ਕੇ छत्रत मारण सिर दब जाए ਜਿਹੜੇ ਗੁਰੂ ਘਰ ਦੇ ਦਵੈਰੀ ਨੇ ਨਾ, ਮਹਾਰਾਜ ਇਹਨਾਂ ਦਾ ਸਿਰ ਆਪੇ ਦਬ ਜਾਏਗਾ। ਤੁਹਾਡੇ ਸਾਹਮਣੇ ਨਹੀਂ ਕੋਈ ਖੰਗ ਸਕੇਗਾ। कोशिश पहरो आपने वीन ਹੁਣ ਸਾਰੀਆਂ ਗਿਣਤੀਆਂ ਮਿਣਤੀਆਂ ਛੱਡੋ ਪਾਤਸ਼ਾਹ, ਆ ਪੁਸ਼ਾਕਾ ਨਵਾਂ ਤੁਹਾਡੇ ਲਈ ਸਵਾ ਕੇ ਲਿਆਂਦਾ, ਪਹਿਨੋ। बैठा हो देह दर्श दुखहीन ਪਰ ਮੇਰੇ ਸਤਿਗੁਰੂ ਸੰਗਤਾਂ ਨੂੰ ਦਰਸ਼ਨ ਦਿਓ, ਦੁੱਖਾਂ ਨੂੰ ਦੂਰ ਕਰੋ। इस प्रकार वह बिना पनंता ਇਸ ਪ੍ਰਕਾਰ ਬਹੁਤ ਬੇਨਤੀਆਂ ਬਾਬਾ ਮੱਖਣ ਸ਼ਾਹ ਜੀ ਕਰਦੇ ਸਤਿਗੁਰਾਂ ਦੇ ਚਰਨਾਂ ਵਿੱਚ, चाह सब सिखियन गुरु दिखंता ਤੇ ਚਾਹੁੰਦਾ ਵੀ ਸਾਰੀ ਸੰਗਤ ਨੂੰ ਗੁਰੂ ਦੇ ਦਰਸ਼ਨ ਕਰਾ ਦਿਆਂ। श्री गुरु तेग बहादुर चंद ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਮਹਾਰਾਜ ਸਦਾ ਮਗਨ ਜੋ ਬ੍ਰਹਮਾਨੰਦ ਜੋ ਆਨੰਦ ਵਿੱਚ ਮਗਨ ਹਨ, ਸਦਾ ਹੀ ਬ੍ਰਹਮ ਆਨੰਦ ਵਿੱਚ ਲੀਨ ਹਨ। ਸੰਗਤ ਸਕਲ ਸਹਿਤ ਬੜ ਚਾਹਾ ਸਾਰੀ ਸੰਗਤ ਦੀ ਚਾਹਨਾ ਵੇਖ ਕੇ ਜਿਸ ਮਹਿ ਮੁਖੇ ਸੋ ਮੱਖਣ ਸ਼ਾਹ ਜਿਨ੍ਹਾਂ ਵਿੱਚੋਂ ਬਾਬਾ ਮੱਖਣ ਸ਼ਾਹ ਮੁਖੀ ਹੈ, ਪੂਰਨ ਕਰਨੀ ਹੀ ਬਨ ਆਏ ਸੋਚਣ ਲੱਗ ਪਏ ਵੀ ਹੁਣ ਇਹਨਾਂ ਦੀ ਕਾਮਨਾ ਪੂਰੀ ਕਰਨੀ ਪੈਣੀ ਹੈ। ਇਮਤ ਸਛਿਨ ਆਪਣੇ ਉਰ ਲਿਆਏ ਏਦਾਂ ਦਾ ਫੁਰਨਾ ਆ ਗਿਆ ਵੀ ਹੁਣ ਇਹਨਾਂ ਦੇ ਅਰਦਾਸ ਪੂਰੀ ਕਰੀਏ। ਹੁਣ ਸਾਰੀ ਸੰਗਤ ਅਰਦਾਸਾਂ ਕਰ ਰਹੀ ਹੈ ਤੇ ਮੱਖਣ ਸ਼ਾਹ ਨੇ ਆਪਣਾ ਮੂੰਹ ਹੀ ਕਾਲਾ ਕਰ ਲਿਆ। ਐਡੀ ਕੁਰਬਾਨੀ ਇਹਨੇ ਕਰ ਲਈ ਹੈ, ਹੁਣ ਨਹੀਂ ਲੁਕਿਆ ਜਾਣਾ। ਮੁਸਕਾਵਤ ਬੋਲੇ ਗੁਣ ਖਾਨੀ ਮੱਖਣ ਸ਼ਾਹ ਦੀਆਂ ਗੱਲਾਂ ਸੁਣ ਕੇ ਉਹਦਾ ਨਿਸ਼ਚਾ ਵੇਖ ਕੇ ਹੱਸ ਪਏ, ਮੁਸਕਰਾ ਪਏ ਤੇ ਇਉਂ ਬੋਲੇ ਪਾਤਸ਼ਾਹ ਜੀ, ਹੈ ਮੱਖਣ ਮਾਨੀ ਤਵ ਬਾਨੀ ਕਹਿੰਦੇ ਮਾਂ ਮੱਖਣ ਸ਼ਾਹ ਚੰਗਾ ਫਿਰ ਤੇਰੀ ਗੱਲ ਮੰਨਦੇ ਹਾਂ। ਦੂਰ ਦੇਸ਼ ਤੇ ਸ਼ਰਦਾ ਧਰ ਕੇ ਤੂੰ ਦੂਰ ਦੇਸ਼ ਤੋਂ ਇੰਨੀ ਸ਼ਰਧਾ ਨਾਲ ਆਇਆ ਆਇਓ ਮਾਰਗ ਸ਼ਰਮਤਾ ਕਰ ਕੇ ਔਰ ਇੰਨਾ ਪਿੰਡਾ ਤੈਅ ਕਰਕੇ ਆਇਆ ਬਿਨੈ ਨਮਰਤਾ ਸਹਿਤ ਉਪਾਇਨ ਔਰ ਤੂੰ ਬੜੇ ਪ੍ਰੇਮ ਨਾਲ ਭੇਟਾਵਾਂ ਵੀ ਲੈ ਕੇ ਆਇਆ। ਆਨਤ ਪਾਸਤ ਗੁਰ ਕੇ ਆਇਨ ਗੁਰੂ ਘਰ ਜਿੰਨੀ ਸ਼ਰਧਾ ਲੈ ਕੇ ਆਇਆ। ਕਹਿਓ ਜੇ ਤੇਰੋ ਅਬ ਨਹ ਕਰੈ ਜੇ ਹੁਣ ਤੇਰਾ ਕਿਹਾ ਨਹੀਂ ਮੰਨਦੇ ਆਪਣੇ ਬਿਖਾ ਖੋਟ ਤਾ ਧਰੈ ਤਾਂ ਸਮਝਾਂਗੇ ਸਾਡੇ 'ਚ ਕੋਈ ਖੋਟ ਹੈ। ਜਦੋਂ ਸਿੱਖ ਦੀ ਨਹੀਂ ਗੁਰੂ ਸੁਣਦਾ ਨਾ, ਉਹ ਗੁਰੂ ਵੀ ਕੱਚਾ ਹੀ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਤੇ ਪੂਰੇ ਗੁਰੂ ਨੂੰ ਸਿੱਖ ਦੀ ਬਾਹ ਫੜਨੀ ਪੈਂਦੀ ਹੈ। ਤੇਰਾ ਭਰੋਸਾ ਨਿਸ਼ਚਾ ਸਿੱਖ ਦਾ ਹੋਵੇ ਤੇ ਫਿਰ ਗੁਰੂ ਦਇਆ ਜ਼ਰੂਰ ਕਰਦੇ ਹਨ। ਹਾਂਜੀ, ਮੈਂ ਸਿੱਖ ਮੰਦ ਚਾਹ ਜੋ ਮੰਦ ਮੈਂ ਮਾੜਾ ਸਿੱਖਿਆ, ਮੇਰੀ ਚਾਹਨਾ ਮਾੜੀ ਹੈ, ਇੱਛਾ ਮਾੜੀ ਹੈ। ਨਹ ਪੂਰੀ ਸਤਿਗੁਰ ਸੁਖ ਕੰਦ ਤੇ ਸੁੱਖਾਂ ਦੇ ਦਾਤੇ ਸਤਿਗੁਰੂ ਪਾਤਸ਼ਾਹ ਨੇ ਪੂਰੀ ਨਹੀਂ ਕੀਤੀ। ਇਹ ਗੱਲ ਆਵੇਗੀ ਮਨ 'ਚ, ਤੇਰੇ ਮਨ 'ਚ ਇਹ ਆਉਣੀ ਹੈ ਵੀ ਮੇਰੇ ਕਰਮ ਮਾੜੇ ਸੀ, ਮੈਂ ਮਾੜੇ ਪਾਪਾਂ ਵਾਲਾ ਬੰਦਾ ਸੀ, ਤਾਂ ਹੀ ਮੇਰੀ ਗੁਰੂ ਨੇ ਸੁਣੀ ਨਹੀਂ ਹੈ। ਹਾਂਜੀ, ਅਸਮਨ ਜਾਨ ਬਹਰ ਪਛਤਾਵੈ ਫਿਰ ਤੂੰ ਪਛਤਾਏਗਾ, ਦੁਖੀ ਹੋਵੇਗਾ। ਮਨ 'ਚ ਸੋਚਣ ਲੱਗ ਪਏ ਪਾਤਸ਼ਾਹ ਵੀ ਹੁਣ ਇਹਦੀ ਗੱਲ ਮੰਨਣੀ ਪੈਣੀ ਹੈ। ਹਾਂਜੀ, ਚਿੰਤਾ ਬਸ ਕਲੇਸ਼ ਕੋ ਪਾਵੈ ਫਿਰ ਤੂੰ ਚਿੰਤਾ 'ਚ ਪਏਗਾ ਤੇ ਚਿੰਤਾ ਸਾਰੇ ਦੁੱਖਾਂ ਦਾ ਕਲੇਸ਼ਾਂ ਦਾ ਘਰ ਹੈ। ਨਿਜ ਭਗਤਨ ਸੁਖ ਦੇਵਨ ਕਾਰਨ ਅਸੀਂ ਤੇ ਆਪਣੇ ਸਿੱਖਾਂ ਨੂੰ ਸੁੱਖ ਦੇਣ ਵਾਸਤੇ ਆਏ ਆ, ਦੁੱਖ ਦੇਣ ਵਾਸਤੇ ਥੋੜਾ ਆਏ ਆ ਦੁਨੀਆ ਤੇ। ਹਾਂਜੀ, ਸੰਸਾ ਅਪਦਾ ਮਹਦ ਬਿਦਾਰਨ ਸਭ ਤੋਂ ਵੱਡਾ ਦੁੱਖ ਸੰਸੇ ਦਾ ਹੁੰਦਾ ਹੈ। ਸੰਸੇ ਵਰਗਾ ਕੋਈ ਦੁੱਖ ਨਹੀਂ ਹੁੰਦਾ ਤੇ ਸੰਸਾ ਹੀ ਕੱਢਣਾ ਅਸੀਂ। ਸਤਿਗੁਰੂ ਸੰਸਾ ਹੀ ਕੱਢਦੇ ਆ। ਹਾਂਜੀ, ਸ਼੍ਰੀ ਪ੍ਰਭ ਆਪ ਤਰ ਹੈ ਅਵਤਾਰਾ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਅਵਤਾਰ ਧਾਰਦਾ ਸੰਸੇ ਦੂਰ ਕਰਨ ਲਈ। ਨਿਜ ਦਾਸਨ ਕੇ ਮਨ ਅਨਸਾਰਾ ਆਪਣੇ ਦਾਸਾਂ ਦੇ ਮਨ ਦੇ ਵਿੱਚ ਆਪਣੀ ਕਲਾ ਵਰਤਾਂਦਾ ਹੈ ਮਹਦ ਕਰਮ ਕੋ ਕਰਹਿ ਬਨਾਏ ਤੇ ਵੱਡੇ ਵੱਡੇ ਸ਼ੁਭ ਕਰਮ ਕਰਦਾ ਪਰਮੇਸ਼ਰ। ਕਦੀ ਸ੍ਰੀ ਰਾਮਚੰਦਰ ਬਣਦਾ ਹੈ, ਕਦੀ ਕ੍ਰਿਸ਼ਨ ਬਣਦਾ ਹੈ, ਕਦੀ ਗੁਰੂ ਨਾਨਕ ਬਣਦਾ। ਹਰ ਯੁੱਗ ਦੇ ਵਿੱਚ ਆਪਣੀ ਕਲਾ ਵਰਤਾਉਣ ਲਈ ਪਰਮੇਸ਼ਰ ਆਉਂਦਾ ਹੈ। ਹਰ ਤੇ ਹਰ ਜਨ ਬਾਛਾ ਪਾਏ ਤੇ ਹਰੀ ਕੋਲੋਂ ਹਰੀ ਜਨਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਹਰ ਤੇ ਹਰ ਜਨ ਬਾਛਾ ਪਾਏ, ਜਿਹੜੇ ਆਪਾਂ ਹਰ ਜਨ ਹਨ ਪਰਮੇਸ਼ਰ ਦੇ ਪਿਆਰੇ, ਉਹ ਪਰਮੇਸ਼ਰ ਕੋਲੋਂ ਹੀ ਮੰਗਦੇ ਨੇ ਤੇ ਪਰਮੇਸ਼ਰ ਉਹਨਾਂ ਦੀ ਪੂਰੀ ਕਰਦਾ ਹੈ। ਤਿਮ ਸਤਿਗੁਰ ਕੇ ਕਰ ਮਹਿ ਅਹੈ ਇਸੇ ਤਰ੍ਹਾਂ ਗੁਰੂ ਘਰ ਦੀ ਵੀ ਇਹ ਮਰਜ਼ਾਦਾ ਹੈ। ਪੂਰਨ ਕਰਹਿ ਸਿੱਖ ਜੋ ਚਾਹੈ ਇਹ ਸਿੱਖ ਦੀ ਪੂਰੀ ਕਰਦਾ ਜਿਵੇਂ ਭਗਤ ਦੀ ਭਗਵਾਨ ਪੂਰੀ ਕਰਦਾ ਹੈ। ਪ੍ਰੇਮ ਡੋਰ ਤੇ ਬੰਧਨ ਹੋਏ ਅਸੀਂ ਜਿਹੜੇ ਆ ਗੁਰੂ ਲੋਕ, ਇਹ ਪ੍ਰੇਮ ਦੀ ਡੋਰ 'ਚ ਬੱਧੇ ਹੁੰਦੇ ਹਾਂ। ਕਿਰਤ ਕਰਹਿ ਜਿਮ ਬਾਛਾ ਸੋਏ ਜਿਵੇਂ ਸਿੱਖ ਚਾਹੁੰਦਾ ਐਵੇਂ ਗੁਰੂ ਨੂੰ ਪ੍ਰੇਮ ਦੇ ਬੱਧਿਆਂ ਕਰਨਾ ਪੈਂਦਾ ਹੈ। ਆਪਣੇ ਭਗਤਾਂ ਦੀਆਂ ਗਊਆਂ ਚਾਰਨੀਆਂ ਪੈਂਦੀਆਂ ਨੇ, ਆਪਣੇ ਭਗਤਾਂ ਦੀ ਝੂਠੇ ਬੇਰ ਖਾ ਲੈਂਦਾ ਹੈ। ਉਹ ਤੇ ਬੜਾ ਕੁਛ ਹੀ ਕਰਦਾ ਆਪਣੇ ਭਗਤਾਂ ਦੇ ਵਾਸਤੇ। ਹਾਂਜੀ, ਇਮ ਗੁਰ ਤੇਗ ਬਹਾਦਰ ਮਾਨੀ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਿੱਖਾਂ ਵਾਸਤੇ ਮੰਨ ਗਏ ਹਨ। ਅਤ ਅਨੰਦਤਾ ਮੱਖਣ ਖਾਨੀ ਮੱਖਣ ਸ਼ਾਹ ਦਾ ਰੋਮ ਖਿੜ ਗਿਆ ਜਦੋਂ ਹਜੂਰ ਨੇ ਮੰਨ ਲਿਆ ਨਾ ਵੀ ਚੰਗਾ ਲਿਆ ਫਿਰ ਚੋਲਾ ਪਾਈਏ। ਤੇ ਉਸ ਵੇਲੇ ਫਿਰ ਸਾਧ ਸੰਗਤ ਦੀ ਮੱਖਣ ਸ਼ਾਹ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਰਿਹਾ। ਹਾਂਜੀ, ਗੁਰ ਆਗਿਆ ਲੈ ਮੱਖਣ ਸ਼ਾਹ ਸਤਿਗੁਰਾਂ ਦੀ ਆਗਿਆ ਲੈ ਕੇ ਬਾਬਾ ਮੱਖਣ ਸ਼ਾਹ ਜੀ ਮੁਖ ਧੋਇਓ ਲੈ ਜਲ ਕਰ ਮਾਹੋ ਜਾ ਕੇ ਖੂਹ ਤੋਂ ਮੂੰਹ ਧੋਇਆ, ਗੜਵੇ ਨਾਲ ਜਲ ਲਿਆ ਤੇ ਜਿਹੜੀ ਕਾਲਖ ਲੱਗੀ ਸੀ ਨਾ, ਮਾਰੇ ਕਹਿੰਦੇ ਪਹਿਲਾਂ ਮੂੰਹ ਧੋ। ਜਦੋਂ ਉਹਨੇ ਮੂੰਹ ਧੋਇਆ ਸਤਿਗੁਰਾਂ ਦਾ ਬਚਨ ਮੰਨ ਕੇ, ਗੁਰੂ ਗਿਰਾ ਅਰ ਇੱਛਾ ਜੀ ਕੀ ਆਹਾ ਗੁਰੂ ਦੀ ਬਾਣੀ ਸੁਣ ਕੇ ਤੇ ਮਨ ਦੀ ਇੱਛਾ ਜਦੋਂ ਪੂਰੀ ਹੋ ਗਈ, ਪੂਰਨ ਕੀਨ ਮਾਨ ਮਨ ਨੀਕੀ ਕਹਿੰਦੇ ਬਚਨ ਸਾਰੇ ਹੀ ਪੂਰੇ ਹੋ ਗਏ। ਜਿਹੜਾ ਪਾਤਸ਼ਾਹ 8ਵੇਂ ਪਾਤਸ਼ਾਹ ਬਚਨ ਕੀਤਾ ਸੀ ਬਾਬੇ ਬਕਾਲੇ ਪਹਿਲਾਂ ਦੇ, ਉਹ ਬਚਨ ਪੂਰਾ ਹੋ ਗਿਆ।
ਫੇਰ ਜਿਹੜੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸੀ ਵੀ ਭਾਈ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਮੂੰਹ ਕਾਲਾ ਕਰਾਂਗੇ, ਬਾਬੇ ਮੱਖਣ ਸ਼ਾਹ ਨੇ ਉਹ ਬਚਨ ਪੂਰਾ ਕਰਤਾ। ਸਾਰੇ ਹੀ ਬਚਨ ਪੂਰੇ ਹੋ ਗਏ। ਨਿਜ ਹਾਥਨ ਮਹਿ ਬਸਤਰ ਜੋ ਧਾਰੇ, ਆਪਣੇ ਹੱਥ ਵਿੱਚ ਬਾਬਾ ਮੱਖਣ ਸ਼ਾਹ ਨੇ ਬਸਤਰ ਚੁੱਕੇ ਪਹਿਰਾਵ ਨਿਹਿਤ ਉਠਿਓ ਸਦਾਰੇ, ਤੇ ਉੱਠਿਆ ਗੁਰੂ ਸਾਹਿਬ ਨੂੰ ਪਵਾਉਣ ਵਾਸਤੇ ਚੋਲਾ। ਜਾਮਾ ਸੂਖਮ ਚੀਰ ਜਚਾਰ, ਜੋ ਸਾਧ ਸੰਗਤ ਜੀ ਬਰੀਕ ਸੂਖਮ ਕੱਪੜੇ ਦਾ ਬਹੁਤ ਮਹਿੰਗਾ ਕਈ ਹਜ਼ਾਰਾਂ ਰੁਪਏ ਦੇ ਕੱਪੜੇ ਦਾ ਚੋਲਾ ਬਣਿਆ ਸੀ। ਕਰ ਮਹਿ ਪਾਇਓ ਗੁਰੂ ਉਦਾਰ, ਉਹ ਮਹਾਬਲੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਗਲ ਵਿੱਚ ਪਹਿਨਿਆ, ਮਹਾਰਾਜ 6.5 ਫੁੱਟ ਤੋਂ ਉੱਪਰ ਕੱਦ ਦੇ ਸੀਗੇ। ਸਡੌਲ ਬਹੁਤ ਸਰੀਰ ਤੇ ਮਹਾਰਾਜ ਦਾ ਬੜਾ ਬਲੀ ਸਰੀਰ ਸੀਗਾ ਤੇ ਬਾਹਲੇ ਸੋਹਣੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਜੇ ਚੰਦਰਮਾ ਦੇ ਵਿੱਚ ਕਲੰਕ ਨਾ ਹੋਵੇ ਤੇ ਕਹਿੰਦੇ ਸਮਝੋ ਚੰਦਰਮਾ ਤੋਂ ਜ਼ਿਆਦਾ ਚਿੱਟੇ ਸੀਗੇ। ਇੰਨਾ ਸੋਹਣਾ ਰੂਪ ਰੰਗ ਸੀ ਮਹਾਰਾਜ ਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਪਿਤਾ ਛੇਵੇਂ ਪਾਤਸ਼ਾਹ ਜੋ ਬੜੇ ਬਲੀ ਸਨ, ਤੋਂ ਪਿਤਾ ਦੇ ਪੁੱਤਰ ਜਾਂਦੇ ਆ। ਮਹਾਰਾਜ ਵੀ ਉਦਾਂ ਦੇ ਬੜੇ ਸੋਹਣੇ ਸਰੂਪ ਵਾਲੇ। ਜਦੋਂ ਚੋਲਾ ਪਾਇਆ ਹੈ, ਸੁੰਦਰ ਦੀਰਘ ਬਰਦ ਸਤਾਰ, ਆ ਸੋਹਣੀ ਦਸਤਾਰ ਵੱਡੀ ਸੀਸ ਤੇ ਸਜਾਈ ਹੈ। ਸਿਰ ਪਰ ਬੰਧਨ ਕੀਨ ਸਦਾਰ, ਬਹੁਤ ਸੋਹਣੇ ਪੇਚਾਂ ਨਾਲ ਦਸਤਾਰ ਪੱਗ ਬੰਨੀ ਸੀਸ ਦੇ ਉੱਤੇ। ਉਪਰ ਮਹਦ ਚਾਦਰਾ ਲੀਨ, ਤੇ ਫਿਰ ਬੜੀ ਵੱਡੀ ਸੋਹਣੀ ਚਾਦਰ ਲਿਆ ਕੇ ਉਹਨੇ ਰੇਸ਼ਮੀ ਮਹਾਰਾਜ ਨੂੰ ਭੇਟਾ ਕੀਤੀ। ਮਹਾਰਾਜ ਨੇ ਉਹਦੀ ਬੁੱਕਲ ਮਾਰ ਲਈ ਉੱਤੇ। ਸਿੱਖ ਕਾਮਨਾ ਪੂਰਨ ਕੀਨ, ਜੋ ਜੋ ਮਹਾਰਾਜ ਵਾਸਤੇ ਲਿਆਇਆ ਸੀ ਨਾ ਸਾਰਾ ਪਹਿਨ ਲਿਆ ਤੇ ਸਿੱਖ ਮੱਖਣ ਸ਼ਾਹ ਦੀ ਮਨੋਕਾਮਨਾ ਪੂਰੀ ਕਰ ਦਿੱਤੀ। ਮਹਿਰ ਸਥੰਡਲ ਹੋਤੋ ਬਲੰਦ, ਬਾਹਰ ਇੱਕ ਵੱਡਾ ਸਾਰਾ ਥੜਾ ਤਿਆਰ ਕੀਤਾ ਗਿਆ। ਤਹਾ ਆਏ ਬੈਠੇ ਸੁਖ ਕੰਦ, ਉਸ ਥੜੇ ਦੇ ਉੱਤੇ ਆ ਕੇ ਪਾਤਸ਼ਾਹ ਦੀ ਗੱਦੀ ਲਾਈ ਗਈ ਤੇ ਹਜੂਰ ਏਦਾਂ ਮਹਾਰਾਜ ਜਿਵੇਂ ਦਰਬਾਰ ਸਜਿਆ ਏਦਾਂ ਮਹਾਰਾਜ ਤਸੰਦੋਆ ਲਾ ਕੇ ਤੇ ਜਿਵੇਂ ਪਾਤਸ਼ਾਹ ਮਹਾਰਾਜ ਕਦੀ 6ਵੇਂ ਪਾਤਸ਼ਾਹ ਬਹਿੰਦੇ ਸੀ, ਕੋਈ 7ਵੇਂ ਪਾਤਸ਼ਾਹ ਸੀ, 8ਵੇਂ ਸੀ, ਅੱਜ 9ਵੇਂ ਪਾਤਸ਼ਾਹ ਵੀ ਉਸੇ ਤਰ੍ਹਾਂ ਬੈਠੇ ਹਨ। ਤੇ ਛਨ ਮੱਖਣ ਚੜਿਓ ਅਟਾਰੀ, ਤੇ ਬਾਬਾ ਮੱਖਣ ਸ਼ਾਹ ਕੁੱਠੇ ਚੜ ਗਿਆ ਉੱਪਰ ਸਭ ਸੰਗਤ ਸੋ ਉੱਚ ਉਚਾਰੀ, ਤੇ ਉੱਚਾ ਪੱਲਾ ਫੇਰਨ ਲੱਗ ਪਿਆ, ਉੱਚੀ ਉੱਚੀ ਆਵਾਜ਼ਾਂ ਦੇਣ ਲੱਗ ਪਿਆ। ਭੂਲੀਏ ਸੰਗਤ ਸੁਨੋ ਸੋ ਕਾਨ, ਭੁੱਲੀਏ ਸੰਗਤ, ਭੁੱਲੀ ਹੋਈ ਸੰਗਤ ਸੁਣੋ। ਹਾਂਜੀ, ਸਤਿਗੁਰ ਲੱਦਾ ਮਹਦ ਮਹਾਨ, ਮੈਂ ਸਤਿਗੁਰੂ ਲੱਭ ਲਿਆ, ਮਹਾਨ ਗੁਰੂ ਲੱਭ ਲਿਆ, ਵੱਡਾ ਗੁਰੂ ਲੱਭ ਲਿਆ। ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਇਹ ਉਸ ਦੀ ਬੋਲੀ ਸੀ ਉੱਧਰ ਦੀ ਕਾਠੀਆਵਾਦ ਦੀ। ਉਹਦੇ ਮੂੰਹ ਤੋਂ ਏਦਾਂ ਬਚਨ ਨਿਕਲਿਆ ਸੀ। ਉਹ ਉਧਰ ਦੀ ਅਜੇ ਵੀ ਜਿਹੜੇ ਹੁਣ ਜਾ ਰਹੇ ਆ ਨਾ ਲਬਾਣੇ ਲੋਕ, ਉਹ ਉਧਰ ਵਾਲੇ ਉਦਾਂ ਹੀ ਬੋਲਦੇ ਆ, ਲਾਧੋ ਰੇ। ਕਹਿੰਦਾ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਉਸ ਬਾਬੇ ਮੱਖਣ ਸ਼ਾਹ ਨੇ ਕੋਠੇ ਚੜ ਕੇ ਬਾਬੇ ਬਕਾਲੇ ਢੰਡੋਰਾ ਪਿੱਟ ਦਿੱਤਾ। ਸੰਸੈ ਭਰਮ ਹਿਰਦੈ ਕੋ ਤਜ ਕੈ, ਉਹ ਭਾਈ ਸਿੱਖੋ ਆ ਜਾਓ, ਮਨ ਦੇ ਸੰਸੇ ਛੱਡ ਦਿਓ, ਭਰਮ ਛੱਡ ਦਿਓ। ਜਨਮ ਸਦਾ ਰਹੋ ਸ੍ਰੀ ਗੁਰ ਭਜ ਕੈ, ਉਹ ਆ ਬੈਠੇ ਆ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸੱਚੇ ਸਤਿਗੁਰੂ, ਇਹਨਾਂ ਦੇ ਚਰਨ ਫੜ ਲਓ, ਆਪਣਾ ਜਨਮ ਸਫਲਾ ਕਰ ਲਓ। ਐਵੇਂ ਨਾ ਭਟਕੀ ਜਾਓ ਪਖੰਡਿਆਂ ਦੇ ਡੇਰਿਆਂ ਤੇ। ਮਨ ਉਤਸਾਹ ਬਧਿਓ ਜਿਸ ਕੇਰੇ, ਬਾਬੇ ਮੱਖਣ ਸ਼ਾਹ ਦੇ ਮਨ 'ਚ ਬਹੁਤ ਜ਼ਿਆਦਾ ਉਤਸ਼ਾਹ ਵਧਿਆ, ਖੁਸ਼ੀ 'ਚ ਨੱਚ ਉੱਠਿਆ। ਉਹ ਰਹਿਓ ਨਾ ਗਇਓ ਕਹਿਓ ਤਿਸ ਬੇਰੇ, ਰਿਹਾ ਹੀ ਨਹੀਂ ਗਿਆ। ਫਿਰ ਉਹਦੀ ਖੁਸ਼ੀ ਜਿਹੜੀ ਹੈ ਨਾ ਉਹਦੇ ਕਾਬੂ ਨਹੀਂ ਆਈ ਤੇ ਉਹਨੇ ਫਿਰ ਐਲਾਨੀਆਂ ਦੁਨੀਆ ਵਿੱਚ ਜਦੋਂ ਪਾਤਸ਼ਾਹ ਤਖਤ ਤੇ ਬੈਠ ਗਏ, ਬਸਤਰ ਪਾ ਰਹੇ ਤੇ ਉਸ ਵੇਲੇ ਉਹਨੇ ਮਨ ਜਾਣ ਲਿਆ ਵੀ ਹੁਣ ਮਹਾਰਾਜ ਵੱਲੋਂ ਆਗਿਆ ਫੁੱਲ ਹੈ। ਤੇ ਫਿਰ ਉਹਨੇ ਆਪਣੀ ਉਸ ਖੁਸ਼ੀ ਨੂੰ ਕੋਠੇ ਚੜ ਕੇ ਜ਼ਾਹਰ ਕੀਤਾ ਹੈ। ਹਾਂਜੀ, ਉਮਗ ਉਮਗ ਕੈ ਅਦਕ ਪੁਕਾਰੇ, ਉਮਗ ਉਮਗ ਕੇ ਉੱਚੀ ਉੱਚੀ ਆਵਾਜ਼ਾਂ ਮਾਰ, ਆਜੋ ਭਾਈ ਆਜੋ, ਸਾਰੇ ਆਜੋ, ਇੱਧਰ ਆਜੋ, ਆ ਮੇਰੇ ਪਾਤਸ਼ਾਹ ਬੈਠੇ ਆ। ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲੱਭ ਲਿਆ ਹੈ। ਹੋਏ ਆਨੰਦ ਅਤ ਸਿੱਖਿਆ ਹਕਾਰੇ, ਸਾਰੇ ਸਿੱਖ ਖੁਸ਼ੀ ਨਾਲ ਸੱਦ ਲਏ। ਜਹਦਸ਼ ਮਹਿਮੁਖ ਕਰ ਕਰ ਕਹੈ, ਚਾਰੇ ਪਾਸੇ ਮੂੰਹ ਕਰਕੇ, ਕਦੀ ਬਕਾਲੇ ਦੇ ਪੂਰਬ ਨੂੰ ਮੂੰਹ ਕਰਕੇ ਆਵਾਜ਼ ਦਿੰਦਾ ਹੈ, ਕਦੀ ਪੱਛਮ ਨੂੰ, ਕਦੀ ਉੱਤਰ ਨੂੰ, ਕਦੀ ਦੱਖਣ ਨੂੰ। ਹਾਂਜੀ, ਭੂਲੀ ਸੰਗਤ ਗੁਰ ਇਹ ਅਹੈ, ਸਾਰੇ ਆਜੋ ਬਈ ਆਜੋ, ਇੱਧਰ ਆਜੋ, ਭੁੱਲੀਏ ਸੰਗਤ ਇੱਥੇ ਆਜੋ, ਪੂਰਾ ਗੁਰੂ ਇੱਥੇ ਬੈਠਾ ਹੈ। ਜਹ ਲੋ ਸੁਨਿਓ ਬਾਕ ਤਸ ਕੇਰਾ, ਬਾਬੇ ਮੱਖਣ ਸ਼ਾਹ ਆਵਾਜ਼ ਵੀ ਬੜੀ ਉੱਚੀ ਦਿੱਤੀ, ਜਿੱਥੋਂ ਤੱਕ ਉਹਦੀ ਆਵਾਜ਼ ਜਾਂਦੀ ਸੀ। ਆਵਹਿ ਤਾਵਹਿ ਬਿਸਮਕ ਨੇਰਾ, ਸਿੱਖ ਸਾਰੇ ਹੈਰਾਨ ਹੋ ਕੇ ਉਧਰ ਆਣ ਲੱਗ ਪਏ। ਪਸਰੀ ਬਾਦ ਸਰਬ ਹੀ ਗ੍ਰਾਮੋ, ਸਾਰੇ ਬਾਬੇ ਬਕਾਲੇ ਪਿੰਡ ਵਿੱਚ ਖਬਰ ਪਸਰ ਗਈ। ਸੁਨ ਸੁਨ ਸਿੱਖੇ ਆਏ ਤਜ ਕਾਮੋ, ਸਭ ਸਿੱਖ ਆਪਣੇ ਆਪਣੇ ਕੰਮ ਛੱਡ ਕੇ ਵੀ ਦੌੜੇ ਆਏ ਉਤਰ ਆਪਨ ਸਤਿਗੁਰ ਪਾਸ, ਤੇ ਆਪ ਕੋਠੇ ਤੋਂ ਉਤਰਿਆ ਤੇ ਜਿੱਥੇ ਮਹਾਰਾਜ ਦਾ ਦਰਬਾਰ ਸਜਿਆ ਸੀ ਚਰਨਾਂ 'ਚ ਬੈਠ ਗਿਆ। ਖਰੋ ਤੇ ਹਾਵਲ ਕੀ ਅਰਦਾਸ, ਕੜਾ ਪ੍ਰਸ਼ਾਦ ਜਿਹੜੀ ਸੀ ਦੇਗ ਲਿਆਂਦੀ ਬਹੁਤ ਜ਼ਿਆਦਾ,
ਉਹ ਪਰਾਤਾਂ ਭਰੀਆਂ, ਉਹ ਮਹਾਰਾਜ ਅੱਗੇ ਰੱਖੀਆਂ, ਅਰਦਾਸ ਕਰਕੇ ਵਰਤਾਣੀਆਂ ਸ਼ੁਰੂ ਕਰਤੀਆਂ। ਆਏ ਸਬਾਜਾ ਪੂਰਨ ਹੋਈ, ਜਦੋਂ ਸੰਗਤ ਆ ਕੇ ਬਹਿ ਗਈ, ਦੀਵਾਨ ਸਜ ਗਿਆ। ਦਰਸਹ ਜਿਤ ਕਿਤ ਮਹਿ ਸਭ ਕੋਈ, ਥਾਂ ਥਾਂ ਦੇ ਸੰਗਤਾਂ ਦਰਸ਼ਨ ਕਰ ਰਹੀਆਂ। ਸਭ ਮਹਿ ਮੱਖਣ ਸ਼ਾਹ ਸੁਨਾਏ, ਸਾਰਿਆਂ 'ਚ ਬਾਬਾ ਮੱਖਣ ਸ਼ਾਹ ਜੀ ਬੋਲੇ। ਸ਼੍ਰੀ ਹਰਿ ਕ੍ਰਿਸ਼ਨ ਬਾਕ ਜੋ ਗਾਏ। ਦੇਖੋ ਸਾਧ ਸੰਗਤ ਜੀ, ਤੁਸੀਂ ਸਾਰੇ ਬਕਾਲੇ ਨਗਰ 'ਚ ਪੂਰੇ ਗੁਰੂ ਦੇ ਦਰਸ਼ਨਾਂ ਲਈ ਆਏ ਹੋ। 8ਵੇਂ ਪਾਤਸ਼ਾਹ ਜੋਤੀ ਜੋਤ ਸਮਾਨ ਵੇਲੇ ਜੋ ਬਚਨ ਕੀਤੇ ਸੀ, ਬਾਬਾ ਅਹਬ ਕਾਲੇ ਮਾਹੇ, ਬਾਬਾ ਬਕਾਲੇ ਦਾ ਜੋ ਬਚਨ ਕਰ ਗਏ ਸੀ 8ਵੇਂ ਪਾਤਸ਼ਾਹ, ਭਇਓ ਸਾਚ ਸੋ ਹੈ ਗੁਰ ਯਾਹੇ। ਉਹ ਸੱਚਾ ਹੈ। ਉਹ ਬਚਨ ਆ ਪੂਰਾ ਹੋਇਆ। ਆ ਨੇ ਗੁਰੂ ਜਿਨ੍ਹਾਂ ਨੂੰ ਅਸੀਂ ਮੰਨਣਾ ਹੈ, ਜਿਹੜੇ ਗੁਰੂ ਨਾਨਕ ਦੀ ਗੱਦੀ ਦੇ ਅਸਲ ਮਾਲਕ ਨੇ। ਬਾਕੀ ਜਿਹੜੇ 22 ਬੈਠੇ ਪਖੰਡੀ, ਇਹਨਾਂ ਦੇ ਵਿੱਚ ਉਹ ਕਲਾ ਨਹੀਂ ਹੈ, ਮੈਂ ਦੇਖ ਲਿਆ ਹੈ। ਹਾਂਜੀ, ਪਤਾ ਜਹਾਜ ਬਤਾਵਨ ਕੀ, ਮੇਰਾ ਜਹਾਜ਼ ਡੁੱਬਦਾ ਬੰਨੇ ਲੱਗਾ ਸੀ। ਮੈਂ ਅਰਦਾਸ ਕੀਤੀ ਸੀ ਵੀ ਜਿਹੜਾ ਗੁਰੂ ਇਹਨਾਂ ਬਾਈਆਂ ਚੋਂ ਕਹੇਗਾ ਵੀ ਮੈਂ ਤੇਰਾ ਜਹਾਜ਼ ਬੰਨੇ ਲਾਇਆ, ਉਹ ਪੂਰਾ ਹੋਏਗਾ। ਕਿਸੇ ਨੂੰ ਨਹੀਂ ਸੀ ਪਤਾ, ਇਹਨਾਂ ਨੇ ਦੱਸਿਆ ਵੀ ਤੇਰਾ ਜਹਾਜ਼ ਅਸੀਂ ਬੰਨੇ ਲਾਇਆ ਸੀ। ਹਾਂਜੀ, ਅੰਤਰ ਕੀਗਤ ਸਭ ਲਖ ਲੀਨ, ਇਹ ਅੰਤਰਜਾਮੀ ਨੇ ਘਟ ਘਟ ਦੀ ਜਾਣਨ ਵਾਲੇ, ਇਹਨਾਂ ਨੇ ਮੇਰੇ ਮਨ ਦੀ ਬੁੱਝ ਲਈ ਹੈ। ਸ਼੍ਰੀ ਹਰਿ ਕ੍ਰਿਸ਼ਨ ਪਿਤਾਮਹ ਇਹੋ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਾਬਾ ਜੀ ਵੀ ਇਹੀ ਨੇ। ਬਾਬਾ ਬਕਾਲੇ ਕਿਹਾ ਸੀ ਨਾ, ਤੇ ਰਿਸ਼ਤੇ ਜੇ ਬਾਬਾ ਜੀ ਲੱਗਦੇ ਨੇ, ਦਾਦਾ ਜੀ ਨੇ, ਉਹ ਪੋਤਰੇ ਸੀ ਇਹਨਾਂ ਦੇ। ਹਾਂਜੀ, ਬਾਬਾ ਕਹਿਨ ਪਤਾ ਇਨ ਦੇਹੋ, ਜੋ ਬਾਬਾ ਜੀ ਦੇ ਬਚਨ ਸੀ ਉਹ ਆਪਾਂ ਬਾਬਾ ਹੋਰ ਸਮਝਦੇ ਰਹੇ ਆ, ਪਰ ਬਾਬਾ ਤਾਂ ਕਹਿੰਦੇ ਪਿਓ ਦੇ ਪਿਓ ਨੂੰ, ਦਾਦੇ ਨੂੰ। ਇਹ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਾਦੇ ਦੇ ਭਰਾ ਲੱਗਦੇ ਨੇ, ਬਾਬਾ ਗੁਰਦਿੱਤਾ ਜੀ ਦੇ। ਹਾਂਜੀ, ਇਤ ਉਤ ਪਰਮਹੁ ਨਹਿ ਤਜ ਗੁਰ ਕੋ, ਇਸ ਕਰਕੇ ਸਾਧ ਸੰਗਤ ਜੀ ਇੱਧਰ ਉੱਧਰ ਨਾ ਭਟਕੋ। ਆਪ ਹੈ ਨੌਵੇਂ ਪਾਤਸ਼ਾਹ ਨੇ, ਇਹਨਾਂ ਨੂੰ ਮੱਥਾ ਟੇਕੋ, ਪੂਰੋ ਦਰਸ ਮਨੋਰਥ ਉਰ ਕੋ, ਇਹਨਾਂ ਦੇ ਦਰਸ਼ਨ ਕਰੋ। ਮਨ ਦੇ ਮਨੋਰਥ ਇੱਥੋਂ ਪੂਰੇ ਹੁੰਦੇ ਆ। ਆਵਨ ਸਫਲੋ ਪਇਓ ਤੁਮਾਰਾ, ਤੁਹਾਡਾ ਸੰਗਤੇ ਆਉਣਾ ਸਫਲਾ ਹੋ ਗਿਆ। ਪੂਜੋ ਸਤਿਗੁਰ ਪੈਰ ਉਦਾਰਾ, ਇਹਨਾਂ ਦੇ ਚਰਨ ਪੂਜੋ। ਜਿਸ ਪ੍ਰਕਾਰ ਪਰਖੇ ਸਭ ਥਾਈ, ਜਿਵੇਂ ਮੈਂ ਸਾਰੇ ਪਰਖੇ ਨੇ ਉਹ ਵੀ ਤੁਹਾਨੂੰ ਦੱਸ ਦਿੰਦਾ ਵੀ ਮੈਂ 2-2 ਮੋਹਰਾਂ ਰੱਖੀਆਂ, ਕਿਸੇ ਨੇ ਨਹੀਂ ਮੰਗੀਆਂ। ਇਹਨਾਂ ਨੇ ਆਪਣੀ ਪੂਰੀ ਭੇਟਾ ਮੰਗ ਲਈ ਵੀ ਸਾਡੀ ਆਹ 500 ਸੁੱਖੀ ਸੀ, 2 ਟੇਕਦਾ। ਇਹ ਸਾਖੀ ਸੁਣਾਈ ਫਿਰ ਬਾਬੇ ਮੱਖਣ ਸ਼ਾਹ ਨੇ ਸੰਗਤ ਨੂੰ। ਹਾਂਜੀ, ਮੱਖਣ ਸਭ ਕੇ ਸੁਨਤ ਸੁਨਾਈ, ਸਾਰੀ ਸੰਗਤ ਨੂੰ ਜਦ ਸਾਖੀ ਸੁਣਾਈ ਵੀ ਮੇਰਾ ਕਿੱਦਾਂ ਜਹਾਜ਼ ਫਸਿਆ ਸੀ, ਮੈਂ ਕਿਵੇਂ ਅਰਦਾਸ ਕੀਤੀ ਸੀ, ਇੱਥੇ ਮੈਂ ਕਿਵੇਂ ਆਇਆ ਸੀ, 22 ਗੁਰੂਆਂ ਚੋਂ ਕਿਸੇ ਨੇ ਮੇਰੀ ਬੁੱਝੀ ਨਹੀਂ ਸੀ, ਇਹਨਾਂ ਨੇ ਬੁੱਝੀ ਸੀ। ਉਹ ਸਾਰੀ ਕਹਾਣੀ ਜਦੋਂ ਸੁਣਾਈ, ਸੰਗਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਝੁਕ ਗਈ। ਪਰ ਉਹਨਾਂ 22 ਮੰਜੀਆਂ ਵਾਲਿਆਂ ਦਾ ਕੰਮ ਜਿਹੜਾ ਸੀ ਨਾ, ਉਹ ਬੰਦ ਹੋ ਗਿਆ। ਉਹਨਾਂ ਨੇ ਗੋਲੀ ਚਲਾਈ ਗੁਰੂ ਸਾਹਿਬ ਤੇ। ਉਹ ਕਥਾ ਆਪਾਂ ਅੱਗੇ ਸੁਣਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ ਮੋਹਿ ਆਨੰਦ ਕੋ ਮਹਾ ਪਿਆਰ ਨਾਨਕ ਆਏ ਪ੍ਰਭ ਸਰਨਾਗਤੀ ਕਿਰਪਾ ਨੇ ਇੱਕ ਅੱਖਰ ਮਨ ਬਸਤੇ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ, ਜੋ ਸ਼ਰਧਾ ਕਰ ਸੇਵ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ